Hello, dear aspirants. I welcome you all in this beautiful platform of Bharata Academy. So, as you all know, ਆਪਣੇ ਇਸ ਪਲੇਟਫਾਰਮ ਤੇ ਕਾਫੀ ਲੰਬੇ ਸਮੇਂ ਤੋਂ ਤੁਹਾਡੇ ਸੀਨੀਅਰ ਵੀਡੀਓ ਲੈ ਕੇ ਆ ਰਹੀ ਹਾਂ ਜੋ ਕਿ ਤੁਹਾਡੇ ਹਰ ਇੱਕ ਐਗਜ਼ਾਮ ਦੇ ਲਈ ਫਿਰ ਚਾਹੇ ਉਹ ਤੁਹਾਡਾ ਸੈਂਟਰ ਲੈਵਲ ਦਾ ਕੋਈ ਐਗਜ਼ਾਮ ਹੈ ਜਾਂ ਫਿਰ ਤੁਹਾਡਾ ਸਟੇਟ ਲੈਵਲ ਦਾ ਐਗਜ਼ਾਮ ਹੈ ਉਹਦੇ ਲਈ ਬੈਨੀਫੀਸ਼ੀਅਲ ਹੋਏਗਾ। ਆਈ ਹੋਪ ਤੁਸੀਂ ਕਲਾਸਿਸ ਜਿਹੜੀਆਂ ਰੈਗੂਲਰ ਅਟੈਂਡ ਕਰ ਹੀ ਰਹੇ ਹੋਵੋਗੇ ਬਿਕਾਜ਼ ਜਿਹੜੀਆਂ ਤੁਹਾਡੀਆਂ ਕਲਾਸਿਸ ਨੇ ਰੈਗੂਲਰ ਚੱਲ ਹੀ ਰਹੀਆਂ ਨੇ ਤੇ ਤੁਹਾਨੂੰ ਜਿਹੜਾ ਹਰ ਇੱਕ ਚੀਜ਼ ਹੈ ਜਿਹੜੀ ਬਹੁਤ ਹੀ ਡੀਪਲੀ ਡਿਟੇਲ ਦੇ ਵਿੱਚ ਅਟੈਂਡ ਕਰਵਾਈ ਜਾ ਰਹੀ ਹੈ ਸੋ ਦੈਟ ਤੁਹਾਨੂੰ ਐਗਜ਼ਾਮ ਦੇ ਵਿੱਚ ਆ ਜਿਹੜਾ ਕਿਸੇ ਵੀ ਚੀਜ਼ ਦੀ ਕੋਈ ਵੀ ਦਿੱਕਤ ਹੈ ਜਿਹੜੀ ਉਹ ਨਾ ਆਵੇ। ਹਾਂਜੀ ਤਾਂ ਆਪਾਂ ਜਿਹੜਾ ਹੈਗਾ ਇੰਗਲਿਸ਼ ਵੋਕੈਬਲਰੀ ਜਿਹੜੀ ਇੱਕ ਸੀਰੀਜ਼ ਸਟਾਰਟ ਕੀਤੀ ਹੈ ਜਿਹਦੇ ਵਿੱਚ ਤੁਹਾਡੀਆਂ 37 ਕਲਾਸਿਸ ਹੈ ਜੋ ਆਪਾਂ ਕਰ ਚੁੱਕੇ ਹਾਂ। ਅੱਜ ਦੀ ਤੁਹਾਡੀ 38 ਨੰਬਰ ਕਲਾਸ ਹੋਗੀ ਜੀ। ਅਗੇਨ ਆਪਾਂ ਸਟਾਰਟ ਕਰਾਂਗੇ ਵਿਦ ਵਨ ਵਰਡ ਸਬਸਟੀਟਿਊਸ਼ਨ। ਕਲਾਸ ਸਟਾਰਟ ਕਰਨ ਤੋਂ ਪਹਿਲਾਂ ਜੋ ਵੀ ਸਟੂਡੈਂਟਸ ਚੈਨਲ ਦੇ ਉੱਤੇ ਨਿਊ ਨੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ, ਆਪਣਾ ਬੈਲ ਆਈਕਨ ਜ਼ਰੂਰ ਪ੍ਰੈਸ ਕਰਨਾ ਹੈ ਤਾਂ ਜੋ ਤੁਹਾਨੂੰ ਹਰ ਇੱਕ ਨਿਊ ਨੋਟੀਫਿਕੇਸ਼ਨ ਜਿਹੜੀ ਉਹਦੀ ਮਿਲਦੀ ਰਹੇ ਤੇ ਤੁਹਾਨੂੰ ਜਿਹੜਾ ਕਲਾਸਿਸ ਦਾ ਅਪਡੇਟ ਕਰਦਾ ਰਹੇ ਤੇ ਤੁਸੀਂ ਕਲਾਸਿਸ ਟਾਈਮ ਦੇ ਉੱਤੇ ਅਟੈਂਡ ਕਰ ਸਕੋ। ਸੈਕਿੰਡ ਹੈ ਜੀ ਆਪਣਾ ਚੈਨਲ ਦਾ ਇੱਕ ਟੈਲੀਗ੍ਰਾਮ ਗਰੁੱਪ ਜਿਹਨੂੰ ਤੁਸੀਂ ਜੁਆਇਨ ਕਰ ਸਕਦੇ ਹੋ। ਵੀਡੀਓ ਦੇ ਵਿੱਚ ਤੁਹਾਨੂੰ ਜਿਹੜਾ ਹੈਗਾ ਡਿਸਕ੍ਰਿਪਸ਼ਨ 'ਚ ਇੱਕ ਲਿੰਕ ਮਿਲੇਗਾ ਉਸ ਤੋਂ ਤਾਂ ਆਪਣੇ ਹੈਗਾ ਜਿਹੜਾ ਟੈਲੀਗ੍ਰਾਮ ਗਰੁੱਪ ਉੱਥੇ ਤੁਹਾਨੂੰ ਹਰ ਇੱਕ ਇੰਪੋਰਟੈਂਟ ਨੋਟੀਫਿਕੇਸ਼ਨ ਫਿਰ ਚਾਹੇ ਉਹ ਤੁਹਾਡੇ ਕਿਸੇ ਐਗਜ਼ਾਮ ਨਾਲ ਰਿਲੇਟਡ ਹੋਵੇ ਜਾਂ ਫਿਰ ਤੁਹਾਡੀਆਂ ਕਲਾਸਿਸ ਨਾਲ ਰਿਲੇਟਡ ਹੋਵੇ ਉੱਥੇ ਪ੍ਰੋਵਾਈਡ ਕਰਵਾਈ ਜਾਂਦੀ ਹੈ। ਸੈਕਿੰਡ ਹੈ ਕਿ ਜੋ ਵੀ ਉਹਦੇ ਉੱਤੇ ਹੋਣ ਵਾਲੇ ਹਰ ਇੱਕ ਸੈਸ਼ਨ ਦੇ ਕਲਾਸ ਨੋਟਸ ਨੇ ਜਿਹੜੇ ਤੁਹਾਨੂੰ ਟੈਲੀਗ੍ਰਾਮ ਗਰੁੱਪ ਤੇ ਸ਼ੇਅਰ ਕੀਤੇ ਜਾਂਦੇ ਆ ਪੀਪੀਟੀ ਫਾਰਮੈਟ ਦੇ ਵਿੱਚ ਹੁੰਦੇ ਆ ਜਿੱਥੇ ਤੁਸੀਂ ਆਪਣੀ ਜਿਹੜੀ ਹੈਗੀ ਹੈ ਰਿਵੀਜ਼ਨ ਲੈ ਸਕਦੇ ਹੋ। ਸੈਕਿੰਡ ਤੁਸੀਂ ਉਹਨਾਂ ਦਾ ਪ੍ਰਿੰਟ ਆਊਟ ਕਢਵਾ ਸਕਦੇ ਹੋ। ਥਰਡ ਆ ਜਾਂਦਾ ਜੀ ਮੋਸਟ ਇੰਪੋਰਟੈਂਟ ਥਿੰਗ ਹਰ ਇੱਕ ਸਟੂਡੈਂਟ ਤਿਆਰੀ ਕਰਦਾ ਹੈ ਬਟ ਜਦੋਂ ਆਪਾਂ ਲਾਉਂਦੇ ਆਂਗੇ ਪ੍ਰੈਕਟਿਸ ਕੁਐਸਚਨਸ ਤਾਂ ਉੱਥੇ ਜਿਹੜਾ ਆਪਣਾ ਪਤਾ ਲੱਗਦਾ ਆਪਾਂ ਨੂੰ ਕਿ ਤਿਆਰੀ ਆਪਣੀ ਕਿੰਨੀ ਕੁ ਹੋਈ ਹੈ। ਤਾਂ ਤੁਹਾਡੇ ਲਈ ਪ੍ਰੈਕਟਿਸ ਦੇ ਲਈ ਹੀ ਇਹ ਜਿਹੜਾ ਕੋਰਸ ਦੇ ਕੁਇਜ਼ ਹੈ ਜਿਹੜੇ ਤੁਹਾਡੇ ਲਈ ਪ੍ਰਪੇਅਰ ਕੀਤੇ ਜਾਂਦੇ ਆ ਸੋ ਤੁਸੀਂ ਉਹਨਾਂ ਦੇ ਵਿੱਚ ਵੀ ਪਾਰਟਿਸਿਪੇਟ ਕਰ ਸਕਦੇ ਹੋ। ਟੈਲੀਗ੍ਰਾਮ ਗਰੁੱਪ ਦੇ ਉੱਤੇ ਤੁਹਾਡੇ ਰੈਗੂਲਰ ਜਿਹੜੇ ਕੁਇਜ਼ ਵੀ ਕੰਡਕਟ ਕਰਵਾਏ ਜਾਂਦੇ ਆ। ਹਾਂਜੀ ਤਾਂ ਜਿਹੜਾ ਹੈਗਾ ਇਹਨਾਂ ਦਾ ਬੈਨੀਫਿਟ ਤੁਸੀਂ ਲੈ ਸਕਦੇ ਹੋ ਬਾਈ ਜੁਆਇਨਿੰਗ ਅਵਰ ਟੈਲੀਗ੍ਰਾਮ ਗਰੁੱਪ। ਸੋ ਹਾਂਜੀ ਹੁਣ ਆਪਾਂ ਸਟਾਰਟ ਕਰਾਂਗੇ ਆਪਣੀ ਕਲਾਸ। ਜਿਵੇਂ ਤੁਹਾਨੂੰ ਪਹਿਲੇ ਹੀ ਦੱਸ ਦਿੱਤਾ ਗਿਆ ਕਿ ਅੱਜ ਦੀ ਕਲਾਸ ਜਿਹੜੀ ਹੋਏਗੀ 38 ਨੰਬਰ ਤੁਹਾਡੀ ਕਲਾਸ ਹੋਏਗੀ ਇੰਗਲਿਸ਼ ਵੋਕੈਬ ਇੱਥੇ ਆਪਾਂ ਲਰਨ ਕਰਾਂਗੇ। ਤਾਂ ਇੰਗਲਿਸ਼ ਵੋਕੈਬ ਦੇ ਵਿੱਚ ਤੁਹਾਡਾ ਵਨ ਵਰਡ ਸਬਸਟੀਟਿਊਸ਼ਨ ਦਾ ਪੋਰਸ਼ਨ ਈਡੀਅਮ ਫਰੇਜ਼ਸ ਐਂਡ ਫਿਕਸਡ ਪ੍ਰੈਪੋਜੀਸ਼ਨ ਸੈਨੋਨਿਮ ਐਂਟੋਨਿਮਸ ਇਸ ਤੋਂ ਇਲਾਵਾ ਤੁਹਾਡੇ ਸਪੈਲਿੰਗ ਐਰਰਸ ਦਾ ਪੋਰਸ਼ਨ ਜਿਹੜਾ ਆਪਾਂ ਇੱਥੇ ਕਵਰ ਕਰਦੇ ਹੁੰਦੇ ਹਾਂ। ਨਿਮੋਨਿਕਸ ਤੇ ਟ੍ਰਿਕਸ ਦੇ ਨਾਲ ਜਿਹੜਾ ਤੁਹਾਨੂੰ ਟਰਾਈ ਕਰ ਰਹੇ ਹਾਂ ਕਿ ਆਪਾਂ ਜਿਹੜੇ ਵਰਡ ਨੇ ਉਹਨਾਂ ਨੂੰ ਲਰਨ ਕਰੀਏ ਸੋ ਦੈਟ ਤੁਹਾਡੇ ਲੰਬੇ ਸਮੇਂ ਤੱਕ ਉਹ ਯਾਦ ਰਹਿ ਸਕਣ ਤੇ ਸੈਕਿੰਡ ਤੁਸੀਂ ਜਿਹੜਾ ਆਪਣਾ ਪੇਪਰ ਦੇ ਵਿੱਚ ਜੇ ਇਸ ਨਾਲ ਰਿਲੇਟਡ ਕੋਈ ਵਰਡ ਦੇਖਦੇ ਹੋ ਤੁਹਾਨੂੰ ਈਜ਼ੀਲੀ ਮਾਰਕ ਹੈ ਜਿਹੜਾ ਉਹ ਕਰ ਸਕਦੇ ਹੋ ਤੇ ਆਪਣਾ ਸਕੋਰ ਗੇਨ ਕਰ। ਹਾਂਜੀ ਤਾਂ ਆਪਣਾ ਜਿਹੜਾ ਕਲਾਸ ਨੂੰ ਕਰਦੇ ਹਾਂ ਸਟਾਰਟ ਵਿੱਚ ਸਭ ਤੋਂ ਪਹਿਲਾਂ ਜਿਹੜਾ ਟੌਪਿਕ ਆਪਣਾ ਹੋਏਗਾ ਵਨ ਵਰਡ ਸਬਸਟੀਟਿਊਸ਼ਨ ਜਿਹਨੂੰ ਆਪਾਂ ਕਹਿੰਦੇ ਆ ਅਨੇਕ ਸ਼ਬਦਾਂ ਦੀ ਥਾਂ ਤੇ ਇੱਕ ਸ਼ਬਦ। ਹੁਣ ਤਾਂ ਤੁਸੀਂ ਇਸ ਚੀਜ਼ ਨਾਲ ਜਿਹੜੇ ਹੈਗੇ ਜਾਣੂ ਹੋ ਹੀ ਗਏ ਹੋ ਬਿਕਾਜ਼ ਆਪਣੀ ਕਾਫੀ ਲੰਬੇ ਸਮੇਂ ਤੋਂ ਕਲਾਸਿਸ ਹੋ ਰਹੀਆਂ ਨੇ। ਹੁਣ ਵਨ ਵਰਡ ਸਬਸਟੀਟਿਊਸ਼ਨ ਕੀ ਹੁੰਦਾ ਹੈ ਤਾਂ ਆਈ ਡੋਂਟ ਥਿੰਕ ਕਿ ਤੁਸੀਂ ਜਿਹੜਾ ਹੈਗਾ ਇਹਨਾਂ ਇਹਦੇ ਤੋਂ ਅਣਪਛਾਣੇ ਹੋਵੋਗੇ। ਤਾਂ ਵਨ ਵਰਡ ਸਬਸਟੀਟਿਊਸ਼ਨ ਮੀਨਸ ਹੁੰਦਾ ਤੁਹਾਡੇ ਕੋਲ ਅਨੇਕ ਸ਼ਬਦਾਂ ਦੀ ਥਾਂ ਤੇ ਇੱਕ ਸ਼ਬਦ। ਤਾਂ ਤੁਹਾਨੂੰ ਇੱਕ ਪ੍ਰੇਜ਼ ਦਿੱਤੀ ਹੋਏਗੀ ਤੇ ਤੁਹਾਨੂੰ ਪੁੱਛਿਆ ਗਿਆ ਹੋਏਗਾ ਕਿ ਇਹਦੀ ਥਾਂ ਤੇ ਤੁਸੀਂ ਵਨ ਵਰਡ ਹੈ ਜਿਹੜਾ ਸਬਸਟੀਟਿਊਟ ਕਰਨਾ ਹੈ। ਵਨ ਵਰਡ ਜਿਹੜਾ ਤੁਸੀਂ ਕੀ ਯੂਜ਼ ਕਰਨਾ ਹੈ। ਹਾਂਜੀ ਤਾਂ ਦੇਖੋ ਆਪਣੀ ਫਰਸਟ ਫਰੇਜ਼ ਹੈ ਅੱਜ ਦੀ ਕਲਾਸ ਦੀ ਤੁਹਾਨੂੰ ਸਕਰੀਨ ਦੇ ਉੱਤੇ ਸ਼ੋ ਹੋ ਗਈ ਹੈ ਦੈਟ ਇਜ਼ ਕਨਸਟੈਂਟ ਐਫਰਟ ਟੂ ਅਚੀਵ ਸਮਥਿੰਗ। ਤਾਂ ਕਿਸੇ ਚੀਜ਼ ਨੂੰ ਅਚੀਵ ਕਰਨ ਦੇ ਲਈ ਕਨਸਟੈਂਟਲੀ ਜਿਹੜੇ ਐਫਰਟਸ ਕੀਤੇ ਜਾਂਦੇ ਆ ਉਹਨੂੰ ਕੀ ਕਿਹਾ ਜਾਂਦਾ ਹੈ ਜੀ ਤਾਂ ਪਰਸੈਵਰੈਂਸ ਵਰਡ ਹੈ ਜਿਹੜਾ ਯੂਜ਼ ਕੀਤਾ ਜਾਂਦਾ ਹੈ। ਪਰਸੈਵਰੈਂਸ ਦਾ ਮੀਨਿੰਗ ਹੁੰਦਾ ਤੁਹਾਡੇ ਕੋਲੇ ਕਿਸੇ ਕੰਮ ਨੂੰ ਕਰਨ ਦੇ ਲਈ ਕੀਤੇ ਜਾਣ ਵਾਲੇ ਕੰਟੀਨਿਊਸ ਤੁਹਾਡੇ ਐਫਰਟਸ। ਫੋਰ ਐਗਜ਼ਾਮਪਲ ਜਿਵੇਂ ਤੁਸੀਂ ਕਹਿ ਲਓ ਤੁਸੀਂ ਐਗਜ਼ਾਮ ਦੀ ਪ੍ਰੈਪਰੇਸ਼ਨ ਕਰ ਰਹੇ ਹੋ ਤਾਂ ਤੁਹਾਡੀ ਉਹ ਪਰਸੈਵਰੈਂਸ ਹੈ ਕੰਟੀਨਿਊਟੀ ਹੈ ਜਿਹਦੇ ਨਾਲ ਜਿਹੜਾ ਹੈਗਾ ਤੁਸੀਂ ਚੱਲ ਰਹੇ ਹੋ ਤੇ ਤੁਹਾਡਾ ਜਿਹੜਾ ਐਗਜ਼ਾਮ ਹੈ ਉਹ ਕਰੈਕ ਜ਼ਰੂਰ ਹੋਏਗਾ। ਸੋ ਕਨਸਟੈਂਟ ਐਫਰਟ ਹੈ ਜਿਹੜੇ ਤੁਸੀਂ ਆਪਣਾ ਅਚੀਵ ਕਰਨ ਦੇ ਲਈ ਕੋਸ਼ਿਸ਼ ਕਰ ਰਹੇ ਹੋ ਤਾਂ ਉਹਨਾਂ ਨੂੰ ਕਿਹਾ ਜਾਂਦਾ ਹੈ ਪਰਸੈਵਰੈਂਸ। ਤਾਂ ਸਿੰਪਲ ਤੁਸੀਂ ਯੂਜ਼ ਕਰ ਸਕਦੇ ਹੋ ਪਰ ਤੋਂ ਕਹਿ ਲਓ ਪਰ ਜਿਹੜੀ ਚੀਜ਼ ਪਰ ਟਾਈਮ ਹੈ ਜਿਹੜੀ ਹੁੰਦੀ ਰਹਿੰਦੀ ਹੈ ਮਤਲਬ ਪਰ ਦਾ ਮਤਲਬ ਤੁਹਾਨੂੰ ਪਤਾ ਹੀ ਹੈ ਨਾ ਜਿਵੇਂ ਮੀਟਰ ਪਰ ਸੈਕਿੰਡ ਹੁੰਦਾ ਉਹ ਸੇਮ ਮਤਲਬ ਇੱਕ ਟਾਈਮ ਹੈ ਜਿਹੜਾ ਲਗਾਤਾਰ ਚੱਲਦੀ ਰਹਿੰਦੀ ਹੈ। ਸੈਵਰੈਂਸ ਤੋਂ ਤੁਹਾਡੇ ਤੁਸੀਂ ਇੱਥੋਂ ਬਣਾ ਸਕਦੇ ਹੋ ਕਿ ਕੋਈ ਚੀਜ਼ ਅਚੀਵ ਕਰਨੀ ਹੈ ਤਾਂ ਤੁਹਾਨੂੰ ਕੀ ਕਰਨਾ ਪਊਗਾ ਸਵੇਰੇ ਸਵੇਰੇ ਜਲਦੀ ਉੱਠਣਾ ਪਊਗਾ ਤਾਂ ਉੱਥੋਂ ਸੈਵਰ ਤੋਂ ਤੁਸੀਂ ਸਵੇਰਾ ਖਾਣਾ ਚਾਹੀਦਾ ਤੁਸੀਂ ਸੈਵਰ ਦਾ ਐਵੇਂ ਕਰਕੇ ਸਵੇਰਾ ਬਣਾਉਣਾ ਤਾਂ ਇਹਦਾ ਪਰਸੈਵਰੈਂਸ ਮਤਲਬ ਪਰ ਕਰਕੇ ਥੋੜਾ ਥੋੜਾ ਕਰਕੇ ਕਾਂਸਟੈਂਟ ਹੈ ਜਿਹੜਾ ਕਿਸੇ ਚੀਜ਼ ਨੂੰ ਕੀਤਾ ਜਾ ਰਿਹਾ ਸੋ ਪਰਸੈਵਰੈਂਸ ਜਿਹੜਾ ਹੈਗਾ ਤੁਸੀਂ ਧਿਆਨ ਰੱਖਣਾ ਹੈ। ਨੈਕਸਟ ਹੈ ਜੀ ਆਪਣੇ ਕੋਲੇ ਫਰੇਜ਼ ਦੈਟ ਇਜ਼ ਟੂ ਗੋ ਅਰਾਊਂਡ ਐਨ ਏਰੀਆ ਟੂ ਕੀਪ ਅ ਵਾਚ। ਹੁਣ ਤੁਸੀਂ ਪੈਟਰੋਲਿੰਗ ਵਰਡ ਸੁਣਿਆ ਹੋਣਾ ਪੁਲਿਸ ਵੀ ਪੈਟਰੋਲਿੰਗ ਕਰਦੀ ਹੁੰਦੀ ਹੈ ਇਸ ਤੋਂ ਇਲਾਵਾ ਤੁਹਾਡੇ ਆਰਮੀ ਫੋਰਸਸ ਦੇ ਦੁਆਰਾ ਵੀ ਪੈਟਰੋਲਿੰਗ ਹੈ ਜਿਹੜੀ ਉਹ ਕੀਤੀ ਜਾਂਦੀ ਹੈ। ਹੁਣ ਫਰੇਜ਼ ਹੈ ਜਿਹੜੀ ਤੁਹਾਡੇ ਕੋਲੇ ਟੂ ਗੋ ਅਰਾਊਂਡ ਐਨ ਏਰੀਆ ਟੂ ਕੀਪ ਅ ਵਾਚ ਮਤਲਬ ਏਰੀਆ ਦੇ ਵਿੱਚ ਤੁਸੀਂ ਘੁੰਮ ਰਹੇ ਹੋ ਕਿਸੇ ਚੀਜ਼ ਦੀ ਨਿਗਰਾਨੀ ਦੇ ਵਾਸਤੇ ਕਿਸੇ ਚੀਜ਼ ਨੂੰ ਦੇਖਣ ਦੇ ਲਈ ਤੁਹਾਨੂੰ ਕੀ ਕਿਹਾ ਜਾਂਦਾ ਹੈ ਵਰਡ ਯੂਜ਼ ਕੀਤਾ ਜਾਂਦਾ ਸੀ ਪੈਟਰੋਲ। ਪੈਟਰੋਲਿੰਗ ਵਰਡ ਹੈ ਜਿਹੜਾ ਤੁਸੀਂ ਕਾਫੀ ਸੁਣਿਆ ਹੋਣਾ ਹੈ। ਬਾਕੀ ਜਦੋਂ ਕਰਫਿਊ ਵਗੈਰਾ ਲੱਗਿਆ ਸੀ ਜਾਂ ਆਪਣਾ ਕਹਿ ਲਓ ਵਾਰ ਦੀ ਕੰਡੀਸ਼ਨ ਹੋਈ ਹੈ ਇੰਡੀਆ ਤੇ ਪਾਕਿਸਤਾਨ ਦੇ ਵਿੱਚ ਉਸ ਟਾਈਮ ਦੇ ਤੁਸੀਂ ਪੈਟਰੋਲਿੰਗ ਵਰਡ ਹੈ ਜਿਹੜਾ ਬਹੁਤ ਜ਼ਿਆਦਾ ਸੁਣਿਆ
ਬਣਿਆ ਹੋਣਾ। ਸੋ ਪੈਟਰੋਲਿੰਗ ਧਿਆਨ 'ਚ ਰੱਖਣਾ, ਪੈਟਰੋਲ वर्ड ਦਾ ਮੀਨਿੰਗ ਹੁੰਦਾ ਤੁਹਾਡੇ ਕੋਲ ਟੂ ਗੋ ਅਰਾਊਂਡ ਐਨ ਏਰੀਆ ਟੂ ਕੀਪ ਅ ਪਾਥ। ਆਹ ਕੁਛ ਤੁਹਾਨੂੰ ਕਲੀਅਰ ਹੋਏਗਾ। ਬਾਕੀ ਤੁਸੀਂ ਜੇ ਇਸ ਤਰੀਕੇ ਨੂੰ ਪੈਟਰੋਲ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਜਿਹੜਾ ਆਪਾਂ ਆਪਣੇ ਸਾਧਨਾਂ ਦੇ ਵਿੱਚ ਭਰਵਾਉਂਦੇ ਹਾਂ ਹਨਾ, ਇੱਕ ਫਿਊਲ ਵੀ ਹੈ ਪੈਟਰੋਲ ਹਨਾ, ਤਾਂ ਉੱਥੇ ਤੁਹਾਡੇ ਤੁਸੀਂ ਉਹ ਜਿਹੜਾ ਉਹਦੇ ਤੋਂ ਵੀ ਧਿਆਨ 'ਚ ਰੱਖ ਸਕਦੇ ਹੋ ਕਿ ਪੈਟਰੋਲ ਪਵਾਇਆ ਆਪਾਂ ਆਪਣੀ ਗੱਡੀ ਦੇ ਵਿੱਚ, ਇਸ ਤੋਂ ਬਾਅਦ ਆਪਾਂ ਕੀ ਕਰਾਂਗੇ ਏਰੀਆ ਨੂੰ ਘੁੰਮਣ ਜਾਵਾਂਗੇ, ਏਰੀਆ ਨੂੰ ਦੇਖਣ ਦੇ ਲਈ ਜਾਵਾਂਗੇ, ਕਿਸੇ ਏਰੀਆ ਨੂੰ ਦੇਖਣ ਲਈ ਜਾਵਾਂਗੇ ਤਾਂ ਕਿਹਦੇ ਨਾਲ ਜਾਵਾਂਗੇ ਪੈਟਰੋਲ ਪਵਾ ਰਹੇ ਗੱਡੀ ਦੇ ਵਿੱਚ ਉਹਦੇ ਨਾਲ। ਤਾਂ ਇੱਥੋਂ ਵੀ ਜਿਹੜਾ ਤੁਸੀਂ ਇਹ ਟ੍ਰਿਕ ਨਾਲ ਇਹਨੂੰ ਯਾਦ ਕਰ ਸਕਦੇ ਹੋ। ਨੈਕਸਟ ਹੈ ਜੀ ਆਪਣੇ ਕੋਲ ਥਰਡ ਨੰਬਰ ਫਰੇਜ਼ ਦੈਟ ਇਜ਼ ਅ ਪਰਸਨ ਹੈਵਿੰਗ ਮੋਰ ਦੈਨ ਵਨ ਵਾਈਫ ਐਟ ਦ ਸੇਮ ਟਾਈਮ। ਤਾਂ ਹੁਣ ਕੀ ਹੁੰਦਾ ਬੇਸਿਕਲੀ ਅੱਜ ਦੇ ਟਾਈਮ ਦੇ ਵਿੱਚ ਦੇਖਿਆ ਜਾਵੇ ਤਾਂ ਇੱਕ ਪਰਸਨ ਹੈ ਜਿਹੜਾ ਇੱਕ ਵਿਆਹ ਹੀ ਮਸਾਂ ਜਿਹੜਾ ਸਾਂਭ ਸਕਦਾ ਹੈ। ਬਾਕੀ ਜੇ ਹੁਣ ਇੱਥੇ ਫਰੇਜ਼ ਦੀ ਗੱਲ ਕੀਤੀ ਜਾਵੇ ਤਾਂ ਇੱਕ ਪਰਸਨ ਜਿਹਦੇ ਕੋਲ ਮੋਰ ਦੈਨ ਵਨ ਵਾਈਫ ਨੇ, ਮਤਲਬ ਤੁਹਾਡੇ ਕੋਲ ਕਹਿ ਲਓ ਇੱਕ ਪਰਸਨ ਦਾ ਇੱਕ ਮੈਰਿਜ ਹੋ ਗਈ, ਬਟ ਕਈ ਵਾਰ ਕੀ ਹੁੰਦਾ ਤੁਹਾਡੇ ਕੋਲੇ ਇੱਕੋ ਪਰਸਨ ਦੋ ਤਿੰਨ ਵਿਆਹ ਹੈ ਜਿਹੜਾ ਉਹ ਕਰਵਾ ਲੈਂਦਾ, ਮਤਲਬ ਪਰਸਨ ਇੱਕ ਹੈ, ਮੇਲ ਇੱਕ ਹੈ, ਬਟ ਫੀਮੇਲਸ ਨੇ ਜਿਹੜੀਆਂ ਉਹ ਤਿੰਨ ਚਾਰ ਆਪਾਂ ਕਹਿ ਸਕਦੇ ਹਾਂ ਜ਼ਿਆਦਾ ਨੇ, ਗਿਣਤੀ 'ਚ ਜ਼ਿਆਦਾ ਨੇ, ਵਨ ਤੋਂ ਜ਼ਿਆਦਾ ਨੇ। ਸੋ ਵਾਈਫਸ ਜਿਹੜੀਆਂ ਜ਼ਿਆਦਾ ਹੋਣ ਉਹਨੂੰ ਕੀ ਕਿਹਾ ਜਾਂਦਾ ਜੀ ਪੋਲੀਗੈਮਿਸਟ ਵਰਡ ਹੈ ਜਿਹੜਾ ਯੂਜ਼ ਕੀਤਾ ਜਾਂਦਾ ਹੈ। ਬਾਕੀ ਤੁਹਾਨੂੰ ਪੋਲੀਗੈਮੀ ਵੀ ਕਰਵਾਇਆ ਹੋਇਆ, ਤਾਂ ਪੋਲੀਗੈਮਿਸਟ ਤੁਸੀਂ ਧਿਆਨ ਦੇ ਵਿੱਚ ਰੱਖਣਾ। ਪੋਲੀਗੈਮਿਸਟ ਦਾ ਮਤਲਬ ਹੁੰਦਾ ਇਹੋ ਜਿਹਾ ਪਰਸਨ ਜਿਹਦੀਆਂ ਜ਼ਿਆਦਾ ਵਾਈਫਸ ਹੋਣ, ਮੋਰ ਦੈਨ ਵਨ ਵਾਈਫਸ ਜਿਹੜੀਆਂ ਹੁੰਦੀਆਂ ਹੋਣ। ਨੈਕਸਟ ਹੈ ਜੀ ਆਪਣੇ ਕੋਲੇ phrase that is a place where ships load and unload goods। ਤਾਂ ਹੁਣ ਇਹੋ ਜਿਹੀ ਪਲੇਸ ਜਿੱਥੇ ਕਿ ਸ਼ਿਪਸ ਹੁੰਦੀਆਂ ਤੁਹਾਡੀਆਂ ਕਿਸ਼ਤੀਆਂ, ਜਾਂ ਤੁਸੀਂ ਕਹਿ ਸਕਦੇ ਹੋ ਵੱਡੇ ਵੱਡੇ ਜਹਾਜ਼ ਜਿਹੜੇ ਆਪਣੇ ਪਾਣੀ ਦੇ ਵਿੱਚ ਚੱਲਦੇ ਆ, ਸਮੁੰਦਰੀ ਜਹਾਜ਼। ਸੋ ਲੋਡ ਐਂਡ ਅਨਲੋਡ ਗੁੱਡਸ, ਲੋਡ ਐਂਡ ਅਨਲੋਡ ਗੁੱਡਸ, ਤਾਂ ਗੁੱਡਸ ਨੂੰ ਲੋਡ ਕਰਦੇ ਆ ਜਾਂ ਫਿਰ ਅਨਲੋਡ ਕਰਦੇ ਆ, ਜਾਂ ਤਾਂ ਉਹਦੇ ਵਿੱਚ ਚੀਜ਼ਾਂ ਨੂੰ ਰੱਖਿਆ ਜਾਂਦਾ ਜਾਂ ਫਿਰ ਉਹਨਾਂ 'ਚ ਉਤਾਰਿਆ ਜਾਂਦਾ ਹੈ। ਤਾਂ ਉਹ ਵਾਲੀ ਪਲੇਸ ਨੂੰ ਕੀ ਕਿਹਾ ਜਾਂਦਾ, ਤਾਂ ਪਲੇਸ ਜਿਹੜੀ ਯੂਜ਼ ਕੀਤੀ ਜਾਂਦੀ ਹੈ ਜੀ ਪੋਰਟ। ਤਾਂ ਤੁਸੀਂ ਪੋਰਟ ਸੁਣਿਆ ਹੋਣਾ ਕੋਈ ਨਾ ਕੋਈ ਜਿਹਨੂੰ ਆਪਾਂ ਬੰਦਰਗਾਹ ਕਹਿ ਦਿੰਦੇ ਆ, ਪੰਜਾਬੀ ਚ ਵਰਡ ਆਪਾਂ ਜਿਹੜਾ ਯੂਜ਼ ਕਰਦੇ ਹਾਂ ਜਿਹਦੀ ਥਾਂ ਤੇ ਬੰਦਰਗਾਹ, ਬੰਦਰਗਾਹ। ਹਾਂਜੀ, ਤਾਂ ਤੁਸੀਂ ਇਹ ਵਰਡ ਹੈ ਜਿਹੜਾ ਸੁਣਿਆ ਹੋਇਆ ਕਿ ਸ਼ਿਪਸ ਦੁਆਰਾ ਜਿਹੜੀ ਥਾਂ ਦੇ ਉੱਤੇ ਪਲੇਸਸ ਦੇ ਉੱਤੇ ਕੋਈ ਸਮਾਨ ਨੂੰ ਲੋਡ ਜਾਂ ਅਪਲੋਡ ਅਨਲੋਡ ਕੀਤਾ ਜਾਂਦਾ ਉਹਨੂੰ ਕੀ ਕਿਹਾ ਜਾਂਦਾ ਵੀ ਪੋਰਟ ਹੈ ਜਿਹੜਾ ਆਪਾਂ ਯੂਜ਼ ਕਰਦੇ ਹਾਂ। ਸੋ ਪੋਰਟ ਜਿਵੇਂ ਦੀਨ ਦਿਆਲ ਉਪਾਧਿਆਏ ਦੀਨ ਦਿਆਲ ਪੋਰਟ ਆਪਣੇ ਕੋਲ ਹੈਗੀ ਹੈ ਨਾ, ਤਾਂ ਪੋਰਟ ਹੈ ਜਿਹੜਾ ਤੁਸੀਂ ਧਿਆਨ ਚ ਰੱਖਣਾ। ਪੋਰਟ ਦਾ ਮਤਲਬ ਹੁੰਦਾ ਬੰਦਰਗਾਹ। ਸੋ ਪਲੇਸ ਤੇ ਸ਼ਿਪਸ ਚੀਜ਼ਾਂ ਨੂੰ ਲੋਡ ਜਾਂ ਫਿਰ ਅਨਲੋਡ ਕਰਦੀ ਹੈ ਉਹਨੂੰ ਕੀ ਕਹਿੰਦੇ ਆ ਜੀ ਪੋਰਟ ਹੈ ਜਿਹੜਾ ਯੂਜ਼ ਕਰਦੇ ਆ। ਨੈਕਸਟ ਆਪਣੇ ਕੋਲ ਆ ਜਾਂਦਾ ਫਰੇਜ਼ ਦੈਟ ਇਜ਼ ਮਿਨੀਮਮ ਪੀਪਲ ਨੀਡਡ ਫॉर ਅ ਮੀਟਿੰਗ। ਹੁਣ ਇਹ ਵਾਲੀ ਚੀਜ਼ ਤੁਸੀਂ ਸੁਣੀ ਹੋਣੀ ਹੈ ਜੀ ਆਪਣੇ ਵਿਧਾਨ ਸਭਾ ਦੇ, ਲੋਕ ਸਭਾ, ਰਾਜ ਸਭਾ ਦੇ ਜਿਹੜੇ ਇਜਲਾਸ ਹੁੰਦੇ ਆ ਉਹਨਾਂ ਦੇ ਵਿੱਚ। ਹੁਣ ਲੋਕ ਸਭਾ ਰਾਜ ਸਭਾ ਦੀ ਜਦੋਂ ਸਿਟਿੰਗ ਹੁੰਦੀ ਹੈ ਤਾਂ ਉਹਦੇ ਵਿੱਚ ਇਹਨਾਂ ਜਿਹੜਾ ਇੱਕ ਮਿਨੀਮਮ ਨੰਬਰ ਆਫ ਪੀਪਲ ਹੈ ਜਿਹੜੇ ਉਹਨਾਂ ਦਾ ਪ੍ਰੈਜ਼ੈਂਟ ਹੋਣਾ ਜ਼ਰੂਰੀ ਹੁੰਦਾ। ਮਿਨੀਮਮ ਨੰਬਰ ਆਫ ਐਮਐਲਏ ਐਮਪੀ ਦਾ ਪ੍ਰੈਜ਼ੈਂਟ ਹੋਣਾ ਜ਼ਰੂਰੀ ਹੁੰਦਾ। ਉਹ ਜਿਹੜਾ ਮਿਨੀਮਮ ਨੰਬਰ ਹੈ ਕਿੰਨੇ ਲੋਕਾਂ ਨੂੰ ਹੋਣ ਤੇ ਜਿਹੜੀ ਮੀਟਿੰਗ ਹੈ ਉਹ ਅੱਗੇ ਵਧੇਗੀ ਉਹਨੂੰ ਕਿਹਾ ਜਾਂਦਾ ਹੈ ਕੋਰਮ। ਕੀਵਰਡ ਯੂਜ਼ ਕੀਤਾ ਜਾਂਦਾ ਹੈ ਕੋਰਮ। ਹਾਂਜੀ, ਤਾਂ ਸਪੈਲਿੰਗ ਤੁਸੀਂ ਇਹਦੇ ਵੀ ਲਰਨ ਕਰੋਗੇ ਕੋਰਮ, KUORUM। ਤਾਂ ਮਿਨੀਮਮ ਪੀਪਲ ਨੀਡਡ ਫॉर ਅ ਮੀਟਿੰਗ ਇਜ਼ ਕਾਲਡ ਕੋਰਮ। ਤਾਂ ਬੇਸਿਕਲੀ ਦੇਖਿਆ ਜਾਵੇ ਤਾਂ ਆਪਣੇ ਜਦੋਂ ਲੋਕ ਸਭਾ ਦਾ ਕੋਈ ਵੀ ਇਜਲਾਸ ਸਟਾਰਟ ਕਰਨਾ ਤਾਂ ਉਹਦੇ ਵਿੱਚ ਕਹਿੰਦੇ ਨੇ 1/10 ਮੈਂਬਰਸ ਹੈ ਜਿਹੜੀ ਉਹਨਾਂ ਦਾ ਪ੍ਰੈਜ਼ੈਂਟ ਹੋਣਾ ਜ਼ਰੂਰੀ ਹੈ, ਮਤਲਬ ਕੋਰਮ ਆਪਣਾ 1/10 ਹੈ ਜਿਹੜਾ ਉਹ ਰੱਖਿਆ ਹੋਇਆ। ਸੋ ਆਪਣਾ ਮਿਨੀਮਮ ਪੀਪਲ ਨੀਡਡ ਫॉर ਅ ਮੀਟਿੰਗ ਇਜ਼ ਕਾਲਡ ਕੋਰਮ। ਬੇਸਿਕਲੀ ਦੇਖਿਆ ਜਾਵੇ ਤਾਂ ਆਪਾਂ ਆਪਣੀ ਕਲਾਸ ਦੀ ਐਗਜ਼ਾਮਪਲ ਲਈਏ, ਮੈਂ ਕਹਾਂ ਕਿ ਤੁਹਾਡੀ ਕਲਾਸ ਫੇਰ ਹੀ ਚੱਲੇਗੀ ਜੇ ਕਲਾਸ ਦੇ ਵਿੱਚ ਤੁਹਾਡੇ ਟੋਟਲ 60 ਮੈਂਬਰਸ ਨੇ, 60 ਦੇ ਵਿੱਚ 60 ਦਾ 1/10 ਪਾਰਟ ਮਤਲਬ ਕਿ ਤੁਹਾਡੇ ਕੋਲੇ 6 ਮੈਂਬਰਸ ਜੇ 6 ਸਟੂਡੈਂਟ ਕਲਾਸ ਦੇ ਵਿੱਚ ਪ੍ਰੈਜ਼ੈਂਟ ਹੋਣਗੇ ਫਿਰ ਹੀ ਕਲਾਸ ਹੋਏਗੀ। ਅਦਰਵਾਈਜ਼ ਜੇ 6 ਤੋਂ ਘੱਟ ਜਿਵੇਂ 5 ਜਵਾਕ ਆ ਗਏ 4 ਆ ਗਏ ਤਾਂ ਉਹਨਾਂ ਦੀ ਕਲਾਸ ਨਹੀਂ ਲੱਗੇਗੀ, ਉਹਨਾਂ ਨੂੰ ਛੁੱਟੀ ਹੋ ਜਾਏਗੀ। ਇਸ ਤਰੀਕੇ ਨਾਲ ਤੁਹਾਡਾ ਕੋਲ ਮਿਨੀਮਮ ਨੰਬਰ ਆਫ ਸਟੂਡੈਂਟਸ ਪ੍ਰੈਜ਼ੈਂਟ ਕਲਾਸ ਦੀ ਜਿਹੜੀ ਜਿਹਦੇ ਨਾਲ ਜਿਹੜੀ ਕਲਾਸ ਹੈ ਆਪਣੀ ਸਟਾਰਟ ਹੋ ਸਕਦੀ ਹੈ ਉਹਨੂੰ ਕਿਹਾ ਜਾਏਗਾ ਕੋਰਮ। ਤਾਂ ਸੇਮ ਹੀ ਤੁਹਾਡੇ ਕੋਲ ਇਹ ਫਰੇਜ਼ ਹੈ ਮਿਨੀਮਮ ਪੀਪਲ ਨੀਡਡ ਫॉर ਅ ਮੀਟਿੰਗ ਇਜ਼ ਕਾਲਡ ਕੋਰਮ। ਨੈਕਸਟ ਆਪਣੇ ਕੋਲ ਫਰੇਜ਼ ਆ ਜਾਂਦੀ ਹੈ ਜੀ ਸਰਚ ਫॉर ਸਮਥਿੰਗ। ਕਿਸੇ ਚੀਜ਼ ਦੀ ਸਰਚ ਦੇ ਵਿੱਚ ਹੋਣਾ, ਕਿਸੇ ਚੀਜ਼ ਦੀ ਭਾਲ ਦੇ ਵਿੱਚ ਹੋਣਾ, ਤੁਹਾਨੂੰ ਕੀ ਕਿਹਾ ਜਾਂਦਾ ਹੈ ਕੁਐਸਟ। ਕੁਐਸਟ ਦਾ ਮਤਲਬ ਹੁੰਦਾ ਕਿਸੇ ਚੀਜ਼ ਦੀ ਤਲਾਸ਼ ਹੋਣੀ, ਭਾਲ ਹੋਣੀ। ਹਾਂਜੀ, ਤਾਂ ਕੁਐਸਟ ਵਰਡ ਹੈ ਜਿਹੜਾ ਤੁਸੀਂ ਧਿਆਨ ਚ ਰੱਖਣਾ ਹੈ। ਹਾਂਜੀ, ਤਾਂ ਅੱਜ ਦੀ ਜਿਹੜੀ ਆਪਾਂ ਕਲਾਸ ਕੀਤੀ ਹੈ ਜਿਹਦੇ ਵਿੱਚ ਆਪਣੇ ਵਨ ਵਰਡ ਸਬਸਟੀਟਿਊਸ਼ਨ ਆਪਾਂ ਡਿਸਕਸ ਕੀਤੇ, ਸਭ ਤੋਂ ਪਹਿਲਾਂ ਉਹਨਾਂ ਨੂੰ ਆਪਾਂ ਲੈਣੇ ਇੱਕ ਵਾਰ ਕੁਇਕ ਰਿਵੀਜ਼ਨ, ਦੈਨ ਆਪਾਂ ਜਿਹੜਾ ਨੈਕਸਟ ਕੁਐਸਚਨ ਕਰਾਂਗੇ ਇਡੀਅਮ ਫਰੇਜ਼ਸ ਦਾ 6 ਫਰੇਜ਼ਸ ਆਪਾਂ ਡਿਸਕਸ ਕੀਤੀਆਂ ਵਨ ਵਰਡ ਸਬਸਟੀਟਿਊਸ਼ਨ ਦੀਆਂ, ਵਨ ਬਾय ਵਨ ਦੇਖਦੇ ਹਾਂ। ਦੇਖੋ ਜੀ ਸਭ ਤੋਂ ਪਹਿਲੀ phrase ਸੀ ਆਪਣੀ constant effort to achieve something is called perseverance। next is to go around an area to keep a watch is called patrol। next phrase is a person having more than one wife at the same time is called polygamist। next phrase is a place where ships load and unload goods is called port। next phrase is minimum people needed for a meeting is called quorum। and the last phrase is search for something is called quest। ਹਾਂਜੀ, ਤਾਂ ਇਹ ਸੀ ਆਪਣੀਆਂ 6 phrases ਜੋ ਆਪਾਂ ਵਨ ਵਰਡ ਸਬਸਟੀਟਿਊਸ਼ਨ ਦੇ ਵਿੱਚ ਡਿਸਕਸ ਕੀਤੀਆਂ। ਨੈਕਸਟ ਕੁਐਸਚਨ ਜੋ ਆਪਾਂ ਕਰਨ ਜਾ ਰਹੇ ਹਾਂ ਦੈਟ ਇਜ਼ ਇਡੀਅਮਸ ਐਂਡ ਫਰੇਜ਼ਸ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਮੁਹਾਵਰੇ। ਹਾਂਜੀ, ਤਾਂ ਤੁਸੀਂ ਇਹਦੇ ਨਾਲ ਵੀ ਜਿਹੜਾ ਚੰਗੇ ਤਰੀਕੇ ਨਾਲ ਤੁਹਾਨੂੰ ਨੋਨ ਹੋ ਤੁਸੀਂ ਕਿ ਇਡੀਅਮ ਫਰੇਜ਼ਸ ਦਾ ਯੂਜ਼ ਕਿਸ ਤਰੀਕੇ ਨਾਲ ਕੀਤਾ ਜਾਂਦਾ, ਬਿਕਾਜ਼ ਆਪਣੀਆਂ 37 ਕਲਾਸਿਸ ਆਪਾਂ ਪਿੱਛੇ ਕਰ ਚੁੱਕੇ ਹਾਂ।
ਅੱਜ ਵੀ ਤੁਹਾਡੀ 38 ਨੰਬਰ ਕਲਾਸ ਤੇ ਤੁਸੀਂ ਇਹ ਜਿਹੜਾ vocab portion ਨਾਲ easily ਜਿਹੜਾ ਮੈਨੂੰ ਲੱਗਦਾ ਨੋਨ ਹੋ ਹੀ ਗਏ ਹੋਣਗੇ ਕਿ ਕਿਸ ਤਰੀਕੇ ਨਾਲ ਕੁਐਸਚਨ ਜਾਂ ਕਿਸ ਤਰੀਕੇ ਨਾਲ ਵਰਡ ਨੇ ਜਿਹੜੇ ਤੁਹਾਨੂੰ ਕੁਐਸਚਨ ਪੇਪਰ ਦੇ ਵਿੱਚ ਦੇਖਣ ਨੂੰ ਮਿਲ ਸਕਦੇ ਆ। ਹਾਂਜੀ ਤਾਂ ਦੇਖੋ ਅੱਜ ਦੀ ਫਰਸਟ ਵੀਡੀਓ ਦੇਖੋ ਫਰਸਟ ਫਰੇਜ਼ ਕੀ ਲਿਖੀ ਹੋਈ ਹੈ ABC ਆਫ ਸਮਥਿੰਗ। ਤਾਂ ਦੇਖੋ ਸਭ ਤੋਂ ਪਹਿਲਾਂ ਜਿਵੇਂ ਵੀ ਤੁਹਾਨੂੰ ਕਹਿ ਲਓ ਮੈਂ ਇੰਗਲਿਸ਼ ਸਿਖਾਉਣੀ ਸਟਾਰਟ ਕਰ ਰਹੀ ਹਾਂ, ਠੀਕ ਹੈ। ਤਾਂ ਬੱਚੇ ਨੂੰ ਸਭ ਤੋਂ ਪਹਿਲਾਂ ਚੀਜ਼ ਸਿਖਾਇਆ ਜਾਂਦਾ ਹੈ ਕਿ ABC ਕਿਵੇਂ ਬਣਦੀ ਹੈ ਨਾ, ABC ਇਹਨਾਂ ਨੂੰ ਬੋਲਣਾ ਲਿਖਣਾ ਇਹ ਚੀਜ਼ ਸਿਖਾਈ ਜਾਂਦੀ ਹੈ। ਮਤਲਬ ਤੁਹਾਡੇ ਕੋਲੇ ਜੇ ਤੁਸੀਂ ABC ਸਿੱਖੋਗੇ ਇਸ ਤੋਂ ਬਾਅਦ ਹੀ ਤੁਸੀਂ ਛੋਟੇ ਛੋਟੇ ਵਰਡਸ ਬਣਾਉਣੇ ਸਿੱਖੋਗੇ, ਫਿਰ ਤੁਹਾਡੇ ਸੈਂਟੈਂਸਸ ਬਣਨਗੇ। ਸੋ ABC ਆਫ ਸਮਥਿੰਗ ਦਾ ਮਤਲਬ ਹੋਗਾ ਕਿਸੇ ਚੀਜ਼ ਦਾ ਬਹੁਤ ਹੀ ਜ਼ਰੂਰੀ ਪਾਰਟ। ਸੋ ਐਸੈਂਸ਼ੀਅਲ ਐਲੀਮੈਂਟ ਆਫ ਸਮਥਿੰਗ। ਐਸੈਂਸ਼ੀਅਲ ਦਾ ਮਤਲਬ ਕੀ ਹੁੰਦਾ ਹੈ ਜ਼ਰੂਰੀ। ਤਾਂ ਕੋਈ ਚੀਜ਼ ਦਾ ਜ਼ਰੂਰੀ ਪਾਰਟ। ਹੁਣ ਦੇਖੋ ਜੇ ਮੈਂ ਤੁਹਾਨੂੰ ਕਹਿਣਾ ਵੀ ਸਿੱਧਾ ਤੁਹਾਨੂੰ ABC ਤੁਹਾਨੂੰ ਆਉਂਦੀ ਨਹੀਂ ਹੈਗੀ, ਮੈਂ ਤੁਹਾਨੂੰ ਕਹਿਣਾ ਵੀ ਤੁਸੀਂ ਵਰਡ ਲਿਖ ਕੇ ਦਿਖਾਓ ਤਾਂ ਉਹ ਵਾਲੀ ਚੀਜ਼ ਨਹੀਂ ਹੋ ਸਕਦੀ। ਸੋ ਬੇਸਿਕ ਪਾਰਟ ਆਫ ਸਮਥਿੰਗ ਔਰ ਐਸੈਂਸ਼ੀਅਲ ਪਾਰਟ ਆਫ ਸਮਥਿੰਗ ਇਜ਼ ਕਾਲਡ ABC ਆਫ ਸਮਥਿੰਗ। ਤਾਂ ABC ਆਫ ਸਮਥਿੰਗ ਦਾ ਜਿਹੜਾ ਮੀਨਿੰਗ ਤੁਸੀਂ ਧਿਆਨ ਚ ਰੱਖੋਗੇ। ਨੈਕਸਟ ਆਪਣੀ ਕੋਈ ਫਰੇਜ਼ ਆ ਜਾਂਦੀ ਹੈ ਐਨ ਓਲਿਵ ਬ੍ਰਾਂਚ। ਐਨ ਓਲਿਵ ਬ੍ਰਾਂਚ ਬੇਸਿਕਲੀ ਓਲਿਵ ਵਰਡ ਹੈ ਜਿਹੜਾ ਉਹ ਗ੍ਰੀਨ ਕਲਰ ਨੂੰ ਡਿਨੋਟ ਕਰਨ ਦੇ ਲਈ ਯੂਜ਼ ਕੀਤਾ ਜਾਂਦਾ ਹੈ। ਜਾਂ ਬੇਸਿਕਲੀ ਤੁਸੀਂ ਕਹਿ ਸਕਦੇ ਹੋ ਲਿਫਟ ਤੋਂ ਯਾਦ ਕਰ ਲਓ। ਲਿਫਟ ਦਾ ਮਤਲਬ ਕਿ ਤੁਹਾਡੇ ਕੋਲੇ ਜਾਣਾ। ਹੁਣ ਜਦੋਂ ਤੁਸੀਂ ਜਿਉਣਾ ਹੈ ਤਾਂ ਤੁਸੀਂ ਕਹਿੰਦੇ ਹੋ ਨਾ ਵੀ ਅਸੀਂ ਜਿਹੜੀ ਜ਼ਿੰਦਗੀ ਆ ਉਹ ਸ਼ਾਂਤੀ ਨਾਲ ਬਤੀਤ ਕਰਨਾ ਚਾਹੁੰਦੇ ਹਾਂ, ਉੱਥੋਂ ਤੁਸੀਂ ਬਣਾ ਸਕਦੇ ਉਹ ਲਿਵ ਵੀ ਮੈਂ ਕਿਵੇਂ ਜਾਣਾ ਰਹਿਣਾ ਕਿ ਮੈਂ ਸ਼ਾਂਤੀ ਨਾਲ ਹੈ ਜਿਹੜਾ ਆਪਣੀ ਲਾਈਫ ਬਤੀਤ ਕਰਾਂ, ਲਾਈਫ ਹੈ ਜਿਹੜੀ ਆਪਣੀ ਐਕਸਪੈਂਡ ਕਰਾਂ। ਸੋ ਐਨ ਓਲਿਵ ਬ੍ਰਾਂਚ ਤੋਂ ਤੁਸੀਂ ਧਿਆਨ ਰੱਖੋਗੇ ਗੈਸਚਰ ਆਫ ਪੀਸ ਮਤਲਬ ਤੁਹਾਡੇ ਕੋਲੇ ਸ਼ਾਂਤੀ ਦਾ ਥੋੜਾ ਜਿਹਾ ਗੈਸਚਰ ਤੁਸੀਂ ਕਹਿ ਸਕਦੇ ਹੋ, ਸ਼ਾਂਤੀ ਵਾਲਾ ਪ੍ਰਸਤਾਵ ਦਾ ਤੁਸੀਂ ਕਹਿ ਸਕਦੇ ਹੋ। ਸੋ ਐਨ ਓਲਿਵ ਬ੍ਰਾਂਚ। ਨੈਕਸਟ ਆਪਣੇ ਕੋਲ ਫਰੇਜ਼ ਆ ਜਾਂਦੀ ਹੈ ਜੀ ਆਲ ਥੰਬਸ। ਤਾਂ ਹੁਣ ਥੰਬ ਦਾ ਤੁਹਾਨੂੰ ਸਾਰਿਆਂ ਨੂੰ ਪਤਾ ਥੰਬ ਦਾ ਮੀਨਿੰਗ ਹੁੰਦਾ ਤੁਹਾਡੇ ਕੋਲੇ ਆਪਾਂ ਅੰਗੂਠੇ ਵਾਸਤੇ ਯੂਜ਼ ਕਰਦੇ ਆਪਣੇ ਹੈਂਡ ਦਾ ਜਿਹੜਾ ਪਾਰਟ ਹੁੰਦਾ ਅੰਗੂਠਾ ਜਿਹਨੂੰ ਆਪਾਂ ਕਹਿੰਦੇ ਹਾਂ ਉਹਨੂੰ ਆਪਾਂ ਥੰਬ ਕਹਿ ਦਿੰਦੇ ਹਾਂ। ਹੁਣ ਦੇਖੋ ਆਪਣੇ ਹੱਥ ਦੀਆਂ ਉਂਗਲਾਂ ਨੇ, ਹਰ ਇੱਕ ਉਂਗਲ ਦਾ ਨੇਮ ਹੈ, ਜਿਵੇਂ ਇੰਡੈਕਸ ਫਿੰਗਰ ਹੈ, ਰਿੰਗ ਫਿੰਗਰ ਹੈ ਹਨਾ, ਉਸੇ ਤਰੀਕੇ ਨਾਲ ਤੁਹਾਡਾ ਥੰਬ ਆ ਗਿਆ, ਮਿਡਲ ਫਿੰਗਰ ਹੈ। ਤਾਂ ਹੁਣ ਦੇਖੋ ਆਲ ਜੇ ਤੁਹਾਡੀਆਂ ਸਾਰੀਆਂ ਦੀ ਸਾਰੀਆਂ ਪੰਜ ਦੇ ਪੰਜ ਆ ਜਿਹੜੇ ਆਪਣੇ ਹੱਥ ਦੇ ਵਿੱਚ ਦਿੱਤੇ ਹੋਏ ਪਾਰਟ ਉਹ ਸਾਰੇ ਦੇ ਸਾਰੇ ਥੰਬ ਹੋਣ ਗੂਠੇ ਹੋ ਤਾਂ ਤੁਹਾਡਾ ਕਿੰਨਾ ਔਕਵਰਡ ਜਿਹਾ ਲੱਗੇਗਾ ਨਾ, ਸਰੀਰ ਬੇਢੰਗਾ ਦਾ ਲੱਗਣ ਲੱਗ ਜਾਏਗਾ, ਹੈਂਡ ਦੀ ਕੋਈ ਸ਼ੇਪ ਜਿਹੀ ਨਹੀਂ ਵਧੀਆ ਨਹੀਂ ਲੱਗਣੀ। ਸੋ ਆਲ ਥੰਬਸ ਦਾ ਮੀਨਿੰਗ ਹੋਏਗਾ ਤੁਹਾਡੇ ਕੋਲ ਫਿਜ਼ੀਕਲੀ ਕੋਈ ਚੀਜ਼ ਜਿਹੜੀ ਕਿ ਔਕਵਰਡ ਹੈ। ਸੋ ਫਿਜ਼ੀਕਲੀ ਔਕਵਰਡ ਵਾਸਤੇ ਤੁਸੀਂ ਫਰੇਜ਼ ਯੂਜ਼ ਕਰੋਗੇ ਆਲ ਥੰਬਸ। ਆਈ ਹੋਪ ਤੁਹਾਨੂੰ ਕਲੀਅਰ ਹੋ ਗਈ ਹੋਏਗੀ। ਹਾਂਜੀ ਤਾਂ ਨੈਕਸਟ ਆਪਣੀ ਫਰੇਜ਼ ਆ ਜਾਂਦੀ ਹੈ ਐਜ਼ ਕਲੀਅਰ ਐਜ਼ ਮਡ। ਹੁਣ ਮਡ ਕਿਹੋ ਜਿਹਾ ਹੁੰਦਾ, ਮਡ ਨੂੰ ਮਡ ਕਿਹਦੇ ਲਈ ਯੂਜ਼ ਕੀਤਾ ਜਾਂਦਾ ਚਿੱਕੜ ਵਾਸਤੇ। ਹੁਣ ਚਿੱਕੜ ਕਲੀਅਰ ਤਾਂ ਨਹੀਂ ਹੁੰਦਾ, ਸੋ ਇਹੋ ਜਿਹੀ ਚੀਜ਼ ਜਿਹੜੀ ਕਿ ਕਲੀਅਰ ਨਹੀਂ ਹੁੰਦੀ ਇੰਪੋਸੀਬਲ ਹੁੰਦੀ ਹੈ ਅੰਡਰਸਟੈਂਡ ਕਰਨੀ, ਤਾਂ ਉਹਦੇ ਲਈ ਤੁਸੀਂ ਜਿਹੜੀ ਫਰੇਜ਼ ਯੂਜ਼ ਕਰੋਗੇ ਐਜ਼ ਕਲੀਅਰ ਐਜ਼ ਮਡ। ਐਜ਼ ਕਲੀਅਰ ਐਜ਼ ਮਡ ਦਾ ਮੀਨਿੰਗ ਹੁੰਦਾ ਹੈ ਇੰਪੋਸੀਬਲ ਟੂ ਅੰਡਰਸਟੈਂਡ। ਮਤਲਬ ਕੋਈ ਚੀਜ਼ ਜਿਹੜੀ ਕਿ ਮਡ ਦੀ ਤਰ੍ਹਾਂ ਕਲੀਅਰ ਹੈ। ਹੁਣ ਮਡ ਤਾਂ ਆਪ ਹੀ ਅਨਕਲੀਅਰ ਹੈ ਤਾਂ ਉਹ ਕਲੀਅਰ ਕਿੱਥੋਂ ਹੋ ਸਕਦਾ। ਸੋ ਇਹੋ ਜਿਹੀ ਚੀਜ਼ ਜਿਹੜੀ ਕਿ ਇੰਪੋਸੀਬਲ ਹੈ ਤੁਸੀਂ ਸਮਝ ਨਹੀਂ ਪਾ ਰਹੇ। ਹਾਂਜੀ ਤਾਂ ਇਹ ਸੀ ਤੁਹਾਡੀ 4 ਨੰਬਰ ਫਰੇਜ਼। ਨੈਕਸਟ ਫਰੇਜ਼ ਆਪਾਂ ਦੇਖਣ ਜਾ ਰਹੇ ਹਾਂ ਦੈਟ ਇਜ਼ 5 ਨੰਬਰ ਫਰੇਜ਼ ਇਜ਼ ਬੈਕ ਟੂ ਬੇਸਿਕਸ। ਤਾਂ ਹੁਣ ਜਿਵੇਂ ਤੁਹਾਨੂੰ ਪਹਿਲਾਂ ਹੀ ਦੱਸਿਆਗਾ ਜਿਵੇਂ ABC ਆਫ ਸਮਥਿੰਗ ਹੁੰਦਾ ਹੈ ਕਿਸੇ ਚੀਜ਼ ਦਾ ਜ਼ਰੂਰੀ ਪਾਰਟ ਬੇਸਿਕਸ ਨਾ ਤੁਹਾਡੇ ਕਿਸੇ ਚੀਜ਼ ਦੇ, ਸੇਮ ਹੀ ਤੁਹਾਡੇ ਕੋਲ ਇੱਕ ਫਰੇਜ਼ ਹੈ ਬੈਕ ਟੂ ਬੇਸਿਕਸ। ਬੈਕ ਹੋਣਾ ਬੇਸਿਕਸ ਦੇ ਉੱਤੇ ਦੁਬਾਰਾ ਤੋਂ ਜਾਣਾ। ਸੋ ਬੇਸਿਕਸ ਦੇ ਦੁਆਰਾ ਤੋਂ ਜਾਣਾ ਦਾ ਮਤਲਬ ਹੋਗਾ ਤੁਹਾਡੇ ਕੋਲ ਟਰਨਿੰਗ ਟੂ ਦ ਸਿੰਪਲ ਔਰ ਮੋਸਟ ਇੰਪੋਰਟੈਂਟ ਥਿੰਗ। ਕਿਸੇ ਮੋਸਟ ਇੰਪੋਰਟੈਂਟ ਥਿੰਗ ਦੇ ਉੱਤੇ ਦੁਬਾਰਾ ਤੋਂ ਵਾਪਸ ਜਾਣਾ, ਰਿਟਰਨ ਹੋਣਾ ਟੂ ਦ ਸਿੰਪਲ ਔਰ ਮੋਸਟ ਇੰਪੋਰਟੈਂਟ ਥਿੰਗ। ਆਈ ਹੋਪ ਤੁਹਾਨੂੰ ਕਲੀਅਰ ਹੋ ਗਿਆ ਹੋਵੇਗਾ। ਜਿਵੇਂ ਆਪਾਂ ਬੈਕ ਟੂ ਸਕੁਅਰ ਵਨ ਵੀ ਆਪਣਾ ਜਿਹੜਾ ਇੱਕ ਫਰੇਜ਼ ਕੀਤਾ ਹੋਇਆ ਇਟ ਮੀਨਸ ਸਟਾਰਟਿੰਗ ਸਮਥਿੰਗ ਇਨੀਸ਼ੀਅਲੀ, ਮਤਲਬ ਸਟਾਰਟਿੰਗ ਤੋਂ ਜਿਹੜਾ ਕਿਸੇ ਚੀਜ਼ ਨੂੰ ਸਟਾਰਟ ਕਰਨਾ। ਸੋ ਬੈਕ ਟੂ ਬੇਸਿਕਸ ਦਾ ਮੀਨਿੰਗ ਵੀ ਤੁਹਾਡਾ ਸੇਮ ਹੀ ਹੈ, ਕਿਸੇ ਚੀਜ਼ ਨੂੰ ਸਟਾਰਟਿੰਗ ਦੇ ਕੇ ਜਾਣਾ ਜਾਂ ਫਿਰ ਮੋਸਟ ਇੰਪੋਰਟੈਂਟ ਥਿੰਗ ਤੋਂ ਕਿਸੇ ਚੀਜ਼ ਨੂੰ ਸਟਾਰਟ ਕਰਨਾ। ਨੈਕਸਟ ਹੈ ਜੀ ਆਪਣੇ ਕੋਲੇ ਵਾਕ ਦਾ ਟਾਕ। ਵਾਕ ਦਾ ਟਾਕ ਦਾ ਮਤਲਬ ਕੀ ਹੁੰਦਾ ਤੁਹਾਡੇ ਕੋਲੇ, ਜਿਵੇਂ ਤੁਸੀਂ ਸਿੰਪਲ ਕਹਿ ਸਕਦੇ ਹੋ ਨਾ, ਜਿਵੇਂ ਆਪਾਂ ਕਹਿੰਦੇ ਵੀ ਉਹਨੇ ਜਿਵੇਂ ਉਹ ਜਿੱਧਰ ਉਹ ਵਗ ਗਿਆ ਉੱਧਰ ਹੀ ਤੁਹਾਡੇ ਕੋਲੇ ਤੁਸੀਂ ਚੱਲ ਪਏ ਹਨਾ, ਕੋਈ ਸੇਮ ਚੀਜ਼ ਜੇ ਇਸ ਤਰੀਕੇ ਦਾ ਫਰੇਜ਼ ਹੈ ਜਿਹੜਾ ਕਿ ਤੁਸੀਂ ਕਹਿ ਲਓ ਜਿਵੇਂ ਤੁਹਾਨੂੰ ਕਿਸੇ ਨੇ ਕਿਹਾ ਕਿ ਤੁਸੀਂ ਇਹ ਜਿਹੜਾ ਨਾਲ ਦੀ ਨਾਲ ਉਹ ਕੰਮ ਕਰਨਾ ਸਟਾਰਟ ਕਰ ਦਿਓ। ਵਾਕ ਦਾ ਟਾਕ ਤਾਂ ਇਹ ਹੈ ਜੀ ਤੁਹਾਡੀ ਫਰੇਜ਼ ਦਾ ਮੀਨਿੰਗ। ਜਿਵੇਂ ਤੁਹਾਨੂੰ ਲਿਖਿਆ ਹੋਇਆ ਮੀਨਿੰਗ ਟੂ ਡੂ ਬਟ ਵਨ ਚੇਸ, ਜਿਵੇਂ ਤੁਹਾਨੂੰ ਕਿਹਾ ਜਾਂਦਾ ਵੀ ਤੁਸੀਂ ਉਸੇ ਤਰੀਕੇ ਨਾਲ ਕਰ ਰਹੇ ਹੋ ਤਾਂ ਤੁਹਾਨੂੰ ਜਿਹੜੀ ਫਰੇਜ਼ ਹੈ ਯੂਜ਼ ਕੀਤੀ ਜਾਏਗੀ ਵਾਕ ਦਾ ਟਾਕ। ਤਾਂ ਤੁਸੀਂ ਇਹ ਫਰੇਜ਼ ਹੈ ਜਿਹੜੀ ਯੂਜ਼ ਕਰ ਸਕਦੇ ਹੋ। ਆਈ ਹੋਪ ਤੁਹਾਨੂੰ ਇੰਡੀਅਨ ਫਰੇਜ਼ਸ ਜਿਹੜੇ ਕਲੀਅਰ ਹੋ ਗਏ ਹੋਣਗੇ। ਬਾਕੀ ਬਹੁਤ ਈਜ਼ੀ ਹੁੰਦੇ ਆ, ਇਹਨਾਂ ਨੂੰ ਧਿਆਨ ਦੇ ਵਿੱਚ ਰੱਖਣਾ ਹੈ ਕਿ ਇਹਨਾਂ ਦਾ ਮੀਨਿੰਗ ਕਿਵੇਂ ਹੁੰਦਾ ਹੈ। ਬਾਕੀ ਮੀਨਿੰਗ ਕੱਢਣਾ ਜੇ ਤੁਸੀਂ ਸਿੱਖ ਗਏ ਨਾ ਇੰਡੀਅਨ ਫਰੇਜ਼ਸ ਦਾ ਤਾਂ ਤੁਹਾਡਾ ਬੇਸਿਕ ਤੁਸੀਂ ਸਿੰਪਲ ਕਹਿ ਲਓ ਤੁਹਾਡਾ ਨੰਬਰ ਹੈ ਜਿਹੜਾ ਉਹ ਪੱਕਾ ਹੀ ਹੈ। ਬਾਕੀ ਤੁਸੀਂ ਜਿੰਨੇ ਵੀ ਵਰਡਸ ਤੁਹਾਨੂੰ ਕਲਾਸਿਸ ਦੇ ਵਿੱਚ ਕਰਵਾਏ ਜਾ ਰਹੇ ਇਹਨਾਂ ਨੂੰ ਨੋਟ ਕਰ ਸਕਦੇ ਹੋ। ਤੁਸੀਂ ਇਹਨਾਂ ਨੂੰ ਵਾਰ-ਵਾਰ ਰਿਵੀਜ਼ਨ ਹੈ ਜਿਹੜੀ ਜ਼ਰੂਰ ਲੈਣੀ ਹੈ ਬਿਕੋਜ਼ ਇਹ ਮੋਸਟ ਰਿਪੀਟਡ ਤੇ ਮੋਸਟ ਐਕਸਪੈਕਟਡ ਵਰਡਸ ਨੇ ਜਿਹੜੇ ਜਾਂ ਮੋਸਟ ਐਕਸਪੈਕਟਡ ਫਰੇਜ਼ਸ ਨੇ ਜਿਹੜੀਆਂ ਤੁਹਾਨੂੰ ਕਰਵਾਈਆਂ ਜਾਂਦੀਆਂ। ਤੁਹਾਨੂੰ ਪੇਪਰ ਦੇ ਵਿੱਚ ਜਿਹੜੇ 100% ਚਾਂਸਸ ਨੇ ਕਿ ਇਹਨਾਂ ਤੋਂ ਬਾਹਰ ਕੁਝ ਵੀ ਨਹੀਂ ਆਏਗਾ। ਸੋ ਟਰਾਈ ਕਰਿਆ ਕਰੋ ਜੋ ਵੀ ਕਰਵਾਇਆ ਜਾਂਦਾ ਹੈ ਕਲਾਸ ਦੇ ਵਿੱਚ ਹੀ ਲਰਨ ਕਰਿਆ ਕਰੋ। ਦੇਖੋ ਜੀ ਤਾਂ ਇਡੀਅਮ ਫਰੇਜ਼ਸ ਆਪਾਂ ਡਿਸਕਸ ਕੀਤੇ ਆ। ਉਸ ਤੋਂ ਪਹਿਲਾਂ ਕਿ ਆਪਾਂ ਸਿਨੋਨਿਮ ਐਂਟੋਨਿਮ ਦਾ ਪੋਰਸ਼ਨ ਡਿਸਕਸ ਕਰੀਏ ਆਪਾਂ ਇਡੀਅਮ ਫਰੇਜ਼ਸ ਲੈ ਲਿਆ ਕੁਇਕ ਰਿਵੀਜ਼ਨ। ਦੇਖੋ ਜੀ अपनी first phrase is ABC of something meaning is essential element. Next phrase is an olive branch and the meaning of this phrase is a gesture of peace. Next अपनी phrase है कि all thumbs and the meaning of this particular phrase is physically awkward. Next phrase is as clear as mud and the meaning of this phrase is impossible to understand. Next phrase is back to basics and the meaning of
phrase is returning to the simple or most important thing. And the last phrase of today's idiom phrases topic is walk the talk. And the meaning of this particular phrase is to do what one says. I hope ਤੁਹਾਨੂੰ idiom phrases clear ਨੇ। ਹਾਂਜੀ ਤਾਂ ਨੈਕਸਟ ਆਪਣਾ ਜਿਹੜਾ ਪੋਰਸ਼ਨ ਆ ਜਾਂਦਾ ਹੈ ਉਹ ਹੁੰਦਾ ਆਪਣਾ synonyms and antonyms ਦਾ। synonym antonyms ਸਮਾਨਾਰਥੀ ਤੇ ਵਿਰੋਧੀ ਸ਼ਬਦ। ਹਾਂਜੀ ਤਾਂ ਸਭ ਤੋਂ ਪਹਿਲਾ ਜਿਹੜਾ word ਤੁਸੀਂ ਸਕਰੀਨ ਤੇ ਦੇਖ ਰਹੇ ਹੋ that is scandal। स्कैंडल का मतलब ਹੁੰਦਾ ਹੈ ਕਿਸੇ ਚੀਜ਼ ਨੂੰ ਖਰਾਬ ਕਰਨਾ, ਬਰਬਾਦ ਕਰ ਦੇਣਾ, ਬਹੁਤ ਕਹਿ ਲਓ ਖਰਾਬ ਤਰੀਕੇ ਨਾਲ ਕਿਸੇ ਚੀਜ਼ ਨੂੰ ਐਕਸਪੈਂਡ ਕਰਨਾ, ਖਰਚ ਕਰ ਦੇਣਾ। ਠੀਕ ਹੈ ਜੀ ਤਾਂ ਸਕੈਂਡਲ ਜਿਵੇਂ ਤੁਹਾਡੇ ਕੋਲ ਸਿਨੋਨਿਮਸ ਨੇ ਸਪੈਂਡ स्कैंडल एस फॉर स्कैंडल एस फॉर स्पेंड ऐसे देखो तुसी क्यों नु की उल्टा करता तो पी बन जाऊगा ਹੁਣ ਤੇ ਐਵੇਂ ਕਰਕੇ ਤੁਸੀਂ ਬਣਾ ਸਕਦੇ ਹੋ स्कैंडल एंड स्पेंड। स्कैंडल ਦਾ ਮੀਨਿੰਗ ਹੁੰਦਾ ਤੁਹਾਡੇ ਕੋਲੇ ਕਿਸੇ ਚੀਜ਼ ਨੂੰ ਸਪੈਂਡ ਕਰਨਾ। ਸਪੈਂਡ ਕਿਵੇਂ ਕਰ ਰਹੇ ਹੋ? ਸਪੈਂਡ ਦੋ ਤਰੀਕੇ ਨਾਲ ਕੀਤਾ ਜਾ ਸਕਦਾ ਚਾਹੇ ਤਾਂ ਚੰਗੀ ਦੀ ਚੀਜ਼ ਤੇ ਕਰਨਾ ਚਾਹੇ ਤੁਸੀਂ ਮਾੜੀ ਚੀਜ਼ ਤੇ। ਹੁਣ ਇਹ ਕੀ ਕੀਤਾ ਜਾ ਰਿਹਾ ਵੇਸਟਫੁਲੀ ਸਪੈਂਡ ਕੀਤਾ ਜਾ ਰਿਹਾ ਮਤਲਬ ਬਰਬਾਦ ਕੀਤਾ ਜਾ ਰਿਹਾ ਕਿਸੇ ਚੀਜ਼ ਨੂੰ ਸਪੈਂਡ ਵੇਸਟਫੁਲੀ। एंड द नेक्स्ट फ्रेज इज एक्सपेंड। एक्सपेंड का मतलब कि किसी चीज को खर्च करना। एक्सपेंड एंड स्पेंड वेस्टफुली आर द सिनोनिम्स ऑफ वर्ड स्क्वेंडर। नेक्स्ट वर्ड इज ऑपोजिट वर्ड्स एंड द ऑपोजिट वर्ड क्या जाएंगे फर्स्ट अपने को स्किप है। हम स्किप नहीं है इन्हें ध्यान से पढ़ियो स्किप MPX ठीक है जी। नेक्स्ट अपने को आ गया हॉट एंड द नेक्स्ट वर्ड इज सेविंग एंड द लास्ट वर्ड इज preserve। ਇਹ ਆਪਣੇ ਆਪੋਜ਼ਿਟ ਵਰਡ ਨੇ ਜੀ ਸਕੈਂਡਰ ਦੇ। ਸਕੈਂਡਰ ਦਾ ਮੀਨਿੰਗ ਹੁੰਦਾ ਹੈ ਕਿਸੇ ਚੀਜ਼ ਨੂੰ ਖਰਾਬ ਕਰਨਾ, ਬਰਬਾਦ ਕਰ ਦੇਣਾ ਤੇ ਸਿਨੋਨਿਮਸ ਤੁਹਾਨੂੰ ਜਿਵੇਂ ਦੱਸਿਆ ਹੀ ਹੈ ਸਪੈਂਡ ਵੇਸਟਫੁਲੀ ਐਂਡ ਐਕਸਪੈਂਡ। ਆਪੋਜ਼ਿਟ ਵਰਡਸ ਆਰ skimp, hoard, saving and preserve। ਨੈਕਸਟ ਆਪਣਾ ਵਰਡ ਜਿਹੜਾ ਹੈਗਾ ਆਪਣੇ ਕੋਲ that is startle। startle ਦਾ ਮਤਲਬ ਹੁੰਦਾ ਸਟਾਰਟ ਦਾ ਮਤਲਬ ਆਪਾਂ ਨੂੰ ਕੀ ਪਤਾ ਹੁੰਦਾ ਕਿਸੇ ਚੀਜ਼ ਦੀ ਸ਼ੁਰੂਆਤ ਕਰਨੀ। ਹੁਣ ਤੁਸੀਂ ਤੁਹਾਨੂੰ ਕਹਿੰਦਾ ਵੀ ਸਟਾਰਟਲ ਕਰ ਦਿਓ ਇਹ ਚੀਜ਼ ਨੂੰ ਸਟਾਰਟਲ ਕਰ ਦਿਓ। ਹੁਣ ਉਹ ਚੀਜ਼ ਤੁਹਾਨੂੰ ਕਹੋਗੇ ਬੈਠੋ ਇਹਨੂੰ ਤਾਂ ਹਨਾ ਇੰਗਲਿਸ਼ ਹੀ ਨਹੀਂ ਆ ਰਹੀ ਤਾਂ ਸਟਾਰਟ ਵਰਡ ਨੂੰ ਸਟਾਰਟਲ ਪੜ ਰਿਹਾ ਤਾਂ ਤੁਸੀਂ ਹੈਰਾਨੀ ਜਿਹੀ ਨਾਲ ਕਹੋਗੇ ਵੀ ਦੇਖੋ ਤਾਂ ਕਹਿ ਰਿਹਾ ਵੀ ਮੈਨੂੰ ਇੰਗਲਿਸ਼ ਆਉਂਦੀ ਹੈ ਬਟ ਸਟਾਰਟ ਨੂੰ ਕੀ ਪੜ ਰਿਹਾ ਹੈ ਸਟਾਰਟਲ ਪੜ ਰਿਹਾ ਤੇ ਇਸ ਤਰੀਕੇ ਨਾਲ ਤੁਸੀਂ ਹੈਰਾਨੀ ਜਿਹੀ ਵਿੱਚ ਹੋਵੋਗੇ। ਸੋ ਸਟਾਰਟਲ ਦਾ ਮੀਨਿੰਗ ਤੁਸੀਂ ਜਿਹੜਾ ਹੈਗਾ ਇਹਨੂੰ ਧਿਆਨ ਚ ਰੱਖਿਓ ਵੀ ਆਪਾਂ ਕੀ ਕਰ ਰਹੇ ਇੱਕ ਟ੍ਰਿਕ ਜੀ ਬਣਾਈਏ ਇੱਕ ਥੋੜੀ ਜਿਹੀ ਸਟੋਰੀ ਬਣਾ ਲਈ ਕੋਈ ਪਰਸਨ ਹੈ ਜਿਹੜਾ ਬਹੁਤ ਵਧੀਆ ਇੰਗਲਿਸ਼ ਬੋਲਦਾ ਬਟ ਜਦੋਂ ਆਪਾਂ ਦੇਖਿਆ ਕਿ ਉਹਨੇ ਸਟਾਰਟਰ ਵਰਡ ਬੋਲਿਆ ਤਾਂ ਆਪਾਂ ਸੋਚਾਂਗੇ ਕਿ ਸਟਾਰਟ ਵਰਡ ਤਾਂ ਹੁੰਦਾ ਸਟਾਰਟਰ ਵਰਡ ਕੀ ਹੁੰਦਾ ਤਾਂ ਉਹਨੂੰ ਇੰਗਲਿਸ਼ ਹੈ ਜਿਹੜੀ ਆਪਾਂ ਨੂੰ ਲੱਗੂਗਾ ਕਿ ਉਹ ਵਰਡ ਹੈ ਜਿਹੜਾ ਉਹ ਰੋਂਗ ਪ੍ਰੋਨਾਂਸ ਕਰ ਰਿਹਾ ਤਾਂ ਤੁਸੀਂ ਹੈਰਾਨ ਹੋਵੋਗੇ ਕਿ ਉਹ ਪਰਸਨ ਹੈ ਜਿਹੜਾ ਵਧੀਆ ਬੋਲਦਾ ਬਟ ਆਪਣੇ ਸਟਾਰਟ ਨੂੰ ਸਟਾਰਟਲ ਕਿਵੇਂ ਬੋਲਦਾ। ਸੋ ਹੈਰਾਨ ਵਰਡ ਤੁਸੀਂ ਇੱਕ ਸਟੋਰੀ ਤੋਂ ਧਿਆਨ ਚ ਰੱਖੋਗੇ। ਸਟਾਰਟਲ ਦਾ ਮੀਨਿੰਗ ਕੀ ਹੁੰਦਾ ਹੈ ਕਿਸੇ ਚੀਜ਼ ਨੂੰ ਦੇਖ ਕੇ ਹੈਰਾਨ ਹੋ ਜਾਣਾ। ਸੋ ਸਰਪ੍ਰਾਈਜ਼ ਤੁਹਾਡਾ ਵਰਡ ਆ ਜਾਏਗਾ। ਅਮੇਜ਼ਡ ਐਂਡ ਫਰਾਈਟਨਡ ਹੈ ਜਿਹੜੇ ਸਿਨੋਨਿਮਸ ਨੇ। ਆਪੋਜ਼ਿਟ ਵਰਡ ਜਿਹੜਾ ਆਪਾਂ ਦੇਖਾਂਗੇ ਦੈਟ ਇਜ਼ ਸੂਥ ਮਤਲਬ ਕੋਈ ਚੀਜ਼ ਵਧੀਆ ਹੋਣੀ ਸਧਾਰਨ ਜਿਹੇ ਤਰੀਕੇ ਨਾਲ ਹੋਣੀ ਕੋਈ ਹੈਰਾਨੀ ਵਾਲੀ ਗੱਲ ਨਾ ਹੋਣੀ। ਅਗਲਾ ਜਿਹੜਾ ਆਪਣਾ ਵਰਡ ਹੈ ਜੀ ਦੈਟ ਇਜ਼ ਸੋਫਿਸਟੀਕੇਟਡ। ਤਾਂ ਸੋਫਿਸਟੀਕੇਟਡ ਵਰਡ ਅਗਰ ਤੁਸੀਂ ਕਾਫੀ ਵਾਰ ਸੁਣਿਆ ਹੋਣਾ ਸੋਫਿਸਟੀਕੇਟਡ ਕਹਿੰਦੇ ਹੁੰਦੇ ਨੇ ਕਿਸੇ ਪਰਸਨ ਨੂੰ ਵੀ ਉਹ ਤਾਂ ਬਹੁਤ ਜ਼ਿਆਦਾ ਸੋਫਿਸਟੀਕੇਟਡ ਹੈ। ਸੋਫਿਸਟੀਕੇਟਡ ਦਾ ਮਤਲਬ ਕੀ ਹੁੰਦਾ ਤੁਹਾਡੇ ਕੋਲੇ ਕੋਈ ਪਰਸਨ ਜਿਹੜਾ ਬਹੁਤ ਵਧੀਆ ਵਿਦਵਾਨ ਹੋਵੇ ਸੂਝਵਾਨ ਹੋਵੇ ਬਹੁਤ ਵਧੀਆ ਉਹਨੂੰ ਕਹਿ ਲਓ ਨੌਲੇਜ ਹੋਵੇ ਕਿਸੇ ਚੀਜ਼ ਨੂੰ ਲੈ ਕੇ। ਸੋ ਸੂਝਵਾਨ ਜਿਵੇਂ ਵਰਡ ਤੁਹਾਨੂੰ ਦਿੱਤਾ ਹੋਇਆ ਮੀਨਿੰਗ ਆਪਣੇ ਸਿਨੋਨਿਮਸ ਦੇ ਵਿੱਚ ਦੇਖਿਆ ਜਾਵੇ ਤਾਂ ਆਪਣਾ ਵਰਡ ਹੈ ਜੀ ਐਕਸਪੀਰੀਅੰਸਡ। ਆਪਾਂ ਐਕਸਪੀਰੀਅੰਸਡ ਵਰਡ ਯੂਜ਼ ਕਰ ਸਕਦੇ ਹਾਂ ਇਹੋ ਜਿਹੀ ਚੀਜ਼ ਦੇ ਲਈ ਜੋ ਕਿ ਸੋਫਿਸਟੀਕੇਟਡ ਹੈ। ਸੋਫਿਸਟੀਕੇਟਡ ਸੂਝਵਾਨ ਐਕਸਪੀਰੀਅੰਸ ਤੁਹਾਡਾ ਸਿਨੋਨਿਮਸ ਹੋ ਗਿਆ। ਆਪੋਜ਼ਿਟ ਵਰਡ ਜੇ ਦੇਖਿਆ ਜਾਵੇ ਐਂਟੀਨਮਸ ਦੇ ਵਿੱਚ ਦੇਖੋ ਜੀ ਪ੍ਰਿਮਿਟਿਵ ਐਂਡ ਅਨਰਿਫਾਈਨਡ। ਇਸ ਤੋਂ ਇਲਾਵਾ ਨਿਊ ਵਰਡ ਤੁਹਾਨੂੰ ਕਰਵਾਇਆ ਹੋਇਆ ਹੈ ਨਾ ਨਵਾਂ ਨਵਾਂ ਦਾ ਹੁੰਦਾ ਅਨੁਭਵੀ ਨਹੀਂ ਹੈਗਾ ਤਾਂ ਤੁਹਾਡੇ ਕੋਲੇ ਪ੍ਰਿਮਿਟਿਵ ਵਰਡ ਪ੍ਰਿਮਿਟਿਵ ਪ੍ਰਾਈਮ ਤਾਂ ਤੁਸੀਂ ਯਾਦ ਰੱਖ ਸਕਦੇ ਹੋ। ਪ੍ਰਾਈਮ ਮਤਲਬ ਕਿ ਸ਼ੁਰੂ ਦੇ ਵਿੱਚ ਹੀ ਹੈ ਕਿਸੇ ਚੀਜ਼ ਦਾ ਠੀਕ ਹੈ। ਅਨਰਿਫਾਈਨਡ ਹੈ ਮਤਲਬ ਰਿਫਾਈਨਡ ਨਹੀਂ ਹੈ ਤਾਂ ਇਹ ਤੁਹਾਡੇ ਕੋਲੇ ਕੀ ਆ ਜਾਣਗੇ ਆਪੋਜ਼ਿਟ ਵਰਡਸ ਆ ਜਾਣਗੇ। ਨੈਕਸਟ ਆਪਣਾ ਵਰਡ ਹੈ ਜੀ ਸੌਰਡਿਡ। ਸੌਰਡਿਡ ਤਾਂ ਸੌਰਡਿਡ ਦਾ ਮਤਲਬ ਕੀ ਹੁੰਦਾ ਤੁਸੀਂ ਇਹਨੂੰ ਕਿੱਥੋਂ ਯਾਦ ਰੱਖੋਗੇ ਸੌਰ ਨੂੰ ਬਣਾ ਲਓ ਸੌਰੀ। ਡਿਡ ਮਤਲਬ ਕੋਈ ਕੰਮ ਕੀਤਾ ਮਤਲਬ ਤੁਸੀਂ ਕਿਸੇ ਕੰਮ ਨੂੰ ਕਰਕੇ ਕੀ ਕਰ ਰਹੇ ਹੋ ਸੌਰੀ ਮੰਗ ਰਹੇ ਹੋ। ਹੁਣ ਤੁਸੀਂ ਜਿਹੜਾ ਕੰਮ ਕੀਤਾ ਹੋਊਗਾ ਉਹ ਖਰਾਬ ਕੰਮ ਹੋਊਗਾ ਜਿਹਦੇ ਕਰਕੇ ਤੁਸੀਂ ਸੌਰੀ ਫੀਲ ਕੀਤਾ। ਸੋ ਸੌਰਡਿਡ ਦਾ ਮਤਲਬ ਹੁੰਦਾ ਕੋਈ ਕੰਮ ਜਿਹੜਾ ਕਿ ਖਰਾਬ ਹੋਵੇ ਘਿਨਾਉਣਾ ਹੋਵੇ। ਤਾਂ ਆਪਣੇ ਸਿਨੋਨਿਮਸ ਦੇਖੋ ਜੀ ਅਨਪਲੀਜ਼ੈਂਟ ਡਰਟੀ ਔਰ ਡਿਸਓਨਰੇਬਲ ਸਿਨੋਨਿਮਸ ਨੇ। ਆਪੋਜ਼ਿਟ ਵਰਡ ਜੇ ਦੇਖਿਆ ਜਾਵੇ ਤਾਂ ਕੋਈ ਚੀਜ਼ ਜਿਹੜੀ ਕਿ ਬਹੁਤ ਵਧੀਆ ਕੀਤੀ ਜਾਂਦੀ ਹੈ ਨਾ ਪ੍ਰਸ਼ੰਸਾਯੋਗ ਹੁੰਦੀ ਹੈ। ਸੋ ਆਪਣਾ ਰਿਪਿਊਟੇਬਲ ਹੈ ਜਿਹੜਾ ਐਂਟੀਨਮ ਹੋ ਜਾਏਗਾ। ਨੈਕਸਟ ਤੁਸੀਂ ਜਿਹੜਾ ਇਹਦੀ ਥਾਂ ਤੇ ਪ੍ਰੇਜ਼ ਵਰਥੀ ਵੀ ਜਿਹੜਾ ਵਰਡ ਯੂਜ਼ ਕਰ ਸਕਦੇ ਹੋ ਮਤਲਬ ਕਿਸੇ ਚੀਜ਼ ਦੀ ਜਿਹੜੀ ਪ੍ਰਸ਼ੰਸਾ ਕਰਨ ਦੇ ਯੋਗ ਹੋਣਾ। ऐसे जी अपने वर्ड सोफिस्टिकेटेड एंड सॉर्टेड आई होप क्लियर हो गए होंगे। नेक्स्ट वर्ड देखो अपना ਜਿਹੜਾ ਹੈਗਾ दैट इज रिवीलेशन। ਤਾਂ ਕਿਸੇ ਚੀਜ਼ ਦਾ ਰਿਵੀਲ ਹੋਣਾ ਰਿਵੀਲ ਕਰਨਾ ਕਿਸੇ ਚੀਜ਼ ਨੂੰ ਰਿਵੀਲ ਕਰਨਾ ਤਾਂ ਰਿਵੀਲੇਸ਼ਨ ਹੈ ਜਿਹੜਾ ਤੁਹਾਡੇ ਕੋਲ ਐਵੇਂ ਸੇਮ ਵਰਡ ਬਣ ਜਾਏਗਾ। ਤਾਂ ਉਸਨੂੰ ਤੁਸੀਂ ਰਿਵੀਲ ਤੋਂ ਯਾਦ ਕਰ ਸਕਦੇ ਹੋ। ਹਾਂਜੀ ਤਾਂ ਰਿਵੀਲ ਹੋਣਾ ਤੁਹਾਨੂੰ ਪਤਾ ਹੀ ਹੈ ਰਿਵੀਲ ਹੋਣਾ ਕਿਸੇ ਚੀਜ਼ ਦਾ ਅੱਗੇ ਆਉਣਾ ਜਾਂ ਕੋਈ ਚੀਜ਼ ਜਿਵੇਂ ਇੱਥੇ ਲਿਖਿਆ ਹੋਇਆ ਰਿਵੀਲ ਦਾ ਮਤਲਬ ਰੈਵਲੇਸ਼ਨ ਦਾ ਮਤਲਬ ਜਿਹੜਾ ਤੁਹਾਡੇ ਕੋਲੇ ਇਜ਼ਹਾਰ ਕਰਨਾ ਕਿਸੇ ਚੀਜ਼ ਨੂੰ ਡਿਸਕਲੋਜ਼ ਕਰਨਾ ਸੀਕ੍ਰੇਟ ਨੂੰ ਸ਼ੇਅਰ ਕਰਨਾ। ਸੋ ਬ੍ਰੇਕ ਜਿਵੇਂ ਤੁਹਾਡੇ ਕੋਲੇ ਸਿਨੋਨਿਮ ਆ ਜਾਏਗਾ ਡਿਸਕਲੋਜ਼ਰ ਕੋਈ ਚੀਜ਼ ਦਾ ਪਰਦਾ ਜਿਹੜਾ ਤੁਸੀਂ ਚੁੱਕਤਾ ਮਤਲਬ ਤੁਸੀਂ ਕਰਤਾ ਸਾਰਿਆਂ ਦੇ ਸਾਹਮਣੇ ਕਿਸੇ ਚੀਜ਼ ਨੂੰ ਕਲੋਜ਼ ਕਰਤਾ ਸੌਰੀ ਡਿਸਕਲੋਜ਼ ਕਰਤਾ ਮਤਲਬ ਸਾਹਮਣੇ ਲਿਆਈ ਤੁਸੀਂ ਕਿਸੇ ਚੀਜ਼ ਨੂੰ ਇਜ਼ਹਾਰ ਕੀਤਾ ਕਿਸੇ ਦਾ। ਸੋ ਬ੍ਰੇਕ ਐਂਡ ਡਿਸਕਲੋਜ਼ਰ। ਆਪੋਜ਼ਿਟ ਵਰਡ ਦੇਖਿਆ ਜਾਵੇ ਤਾਂ ਕੰਸੀਲ ਵਰਡ ਤੁਹਾਨੂੰ ਕਰਵਾਇਆ ਗਿਆ। ਕੰਸੀਲ ਦਾ ਮਤਲਬ ਹੁੰਦਾ ਹੈ ਚੋਰੀ ਚੋਰੀ ਕੋਈ ਚੀਜ਼ ਜਿਹੜੀ ਸੀਕ੍ਰੇਟਲੀ ਕੀਤੀ ਜਾਂਦੀ ਹੈ। ਸੋ ਸੀਕ੍ਰੇਟ ਤੁਸੀਂ ਕਹਿ ਸਕਦੇ ਹੋ ਕੰਸੀਲਮੈਂਟ ਤੁਸੀਂ ਕਹਿ ਸਕਦੇ ਹੋ। ਆਪੋਜ਼ਿਟ ਵਰਡ ਹੋਣਗੇ ਜੀ ਰਿਵੈਲੇਸ਼ਨ ਦੇ। ਨੈਕਸਟ ਆਪਣਾ ਵਰਡ ਹੈ ਕੁਐਸ਼।
ਕੁਐਸ਼ ਦਾ ਮਤਲਬ ਕੀ ਹੁੰਦਾ ਹੈ ਕਿਸੇ ਚੀਜ਼ ਨੂੰ ਰੱਦ ਕਰ ਦੇਣਾ। ਤਾਂ ਦੇਖੋ ਤੁਸੀਂ ਆਪਾਂ ਜਿਹੜਾ ਸਿੰਪਲ ਦੇਖਦੇ ਹਾਂ ਕਿ ਆਪਣੇ ਕੋਲੇ ਕੋਈ ਕ੍ਰੈਡਿਟ ਕਾਰਡ ਹੈ, ਆਪਾਂ ਜਿਹੜਾ ਕਰਦੇ ਹੁੰਦੇ ਜਦੋਂ ਆਪਣੇ ਕੋਲੇ ਕ੍ਰੈਡਿਟ ਕਾਰਡ ਦੇ ਵਿੱਚੋਂ ਪੈਸੇ ਵਗੈਰਾ ਹਨਾ ਆਪਾਂ ਟ੍ਰਾਂਸਫਰ ਕਰਦੇ ਹਾਂ, ਤਾਂ ਆਪਾਂ ਕੀ ਕਰਦੇ ਹੁੰਦੇ ਹਾਂ ਕਾਰਡ ਨੂੰ ਮਸ਼ੀਨ ਦੇ ਵਿੱਚ ਪਾਉਣੇ ਨਾ, ਉਹ ਇੱਕ ਤਰੀਕੇ ਨਾਲ ਆਪਾਂ ਖਿੱਚ ਜੇ ਲੈਣੇ ਆ, ਤਾਂ ਉਹਨੂੰ ਕਹਿ ਲਓ ਵੀ ਉਹਨੇ ਕੀ ਕਰਤਾ, ਕੈਸ਼ ਕਰਤਾ ਮਤਲਬ ਕੀ ਕਰਤਾ, ਉਹ ਤੁਹਾਡਾ ਕਾਰਡ ਰਿਜੈਕਟ ਕਰਤਾ ਤਾਂ ਰੱਦ ਕਰਤਾ, ਤੁਸੀਂ ਇਹ ਜਿਹੜਾ ਇੱਥੋਂ ਯੂਜ਼ ਕਰ ਸਕਦੇ ਹੋ ਕੈਸ਼। ਰਿਜੈਕਟ ਐਂਡ ਕ੍ਰਸ਼ ਹੈ ਜਿਹੜੇ ਤੁਹਾਡੇ ਸਿਨੋਨਿਮਸ ਹੋ ਜਾਣਗੇ। ਆਪੋਜ਼ਿਟ ਵਰਡ ਦੇਖਿਆ ਜਾਵੇ ਮਤਲਬ ਕਿਸੇ ਚੀਜ਼ ਨੂੰ ਸਪੋਰਟ ਕੀਤਾ ਜਾ ਰਿਹਾ, ਸਹਿਮਤੀ ਕੀਤੀ ਜਾ ਰਹੀ ਹੈ ਕਿਸੇ ਚੀਜ਼ ਨਾਲ, ਸੋ ਸਪੋਰਟ ਆ ਜਿਹੜਾ ਤੁਹਾਡਾ ਆਪੋਜ਼ਿਟ ਵਰਡ ਹੋ ਜਾਏਗਾ ਕ੍ਰਸ਼ ਦਾ। ਆਈ ਹੋਪ ਤੁਹਾਨੂੰ ਅੱਜ ਦੇ ਸਿਨੋਨਿਮ ਐਂਟੋਨਿਮ ਸਮਝ ਆ ਗਏ ਹੋਣਗੇ, ਕਲੀਅਰ ਹੋ ਗਏ ਹੋਣਗੇ। ਬਾਕੀ ਤੁਸੀਂ ਇਹ ਜਿਹੜਾ ਇਸ ਤਰੀਕੇ ਨਾਲ ਟ੍ਰਿਕਸ ਆ ਜਿਹੜੀਆਂ ਬਣਾ ਸਕਦੇ ਹੋ, ਜਿਵੇਂ ਤੁਹਾਨੂੰ ਬਣਾ ਕੇ ਅਸੀਂ ਦਿਖਾ ਰਹੇ ਹਾਂ, ਜਿਹਦੇ ਨਾਲ ਤੁਹਾਡੇ ਜਿਹੜੇ ਵਰਡ ਨੇ ਈਜ਼ੀਲੀ ਤੁਹਾਨੂੰ ਯਾਦ ਨਾ ਹੋ ਜਾਣਗੇ। ਹਾਂਜੀ, ਤਾਂ ਹੁਣ ਜਿੰਨੇ ਵੀ ਆਪਾਂ ਵਰਡ ਸਿਨੋਨਿਮ ਐਂਟੋਨਿਮ ਦੇ ਵਿੱਚ ਦੇਖਿਆ ਲੈਣੇ ਆ, ਇਹਨਾਂ ਦੀ ਇੱਕ ਵਾਰ ਕੁਇਕ ਰਿਵੀਜ਼ਨ, ਦੈਨ ਜਿਹੜਾ ਆਪਾਂ ਨੈਕਸਟ ਪੋਰਸ਼ਨ ਆਪਣਾ ਡਿਸਕਸ ਕਰਾਂਗੇ। ਹਾਂਜੀ, ਤਾਂ ਦੇਖੋ ਸਭ ਤੋਂ ਪਹਿਲਾਂ ਜਿਹੜਾ ਸਿਨੋਨਿਮ ਐਂਟੋਨਿਮ ਚ ਆਪਾਂ ਵਰਡ ਦੇਖਿਆ ਦੈਟ ਇਜ਼ ਸਪੈਂਡ, ਮੀਨਿੰਗ ਹੁੰਦਾ ਤੁਹਾਡਾ ਬਰਬਾਦ ਹੋਣਾ, ਕਿਸੇ ਚੀਜ਼ ਨੂੰ ਕਹ ਲਓ ਫਾਲਤੂ ਦਾ ਖਰਚ ਕਰਨਾ। ਸਪੈਂਡ ਵੇਸਟਫੁਲੀ, ਐਕਸਪੈਂਡ ਤੁਹਾਡੇ ਸਿਨੋਨਿਮਸ ਹੋ ਜਾਣਗੇ। ਆਪੋਜ਼ਿਟ ਵਰਡ ਦੇਖਿਆ ਜਾਵੇ ਤਾਂ ਸਕੀਮ, ਹਾਰਡ, ਸੇਵਿੰਗ ਐਂਡ ਪ੍ਰੀਜ਼ਰਵ। ਨੈਕਸਟ ਵਰਡ ਇਜ਼ ਸਟਾਰਟਰ, ਮੀਨਿੰਗ ਆਪਣਾ ਹੈਰਾਨ ਹੋਣਾ, ਕਿਸੇ ਚੀਜ਼ ਨੂੰ ਦੇਖ ਕੇ ਬਿਲਕੁਲ ਆਪਾਂ ਕਹ ਲਓ ਅਚੰਭੇ ਦੇ ਵਿੱਚ ਚਲੇ ਜਾਣਾ। ਸਰਪ੍ਰਾਈਜ਼, ਅਮੇਜ਼ਡ, ਫਰਾਈਟਨਡ ਤੁਹਾਡੇ ਸਿਨੋਨਿਮਸ ਨੇ। ਆਪੋਜ਼ਿਟ ਵਰਡ ਇਜ਼ ਸੂਥ। ਨੈਕਸਟ ਵਰਡ ਇਜ਼ ਸੋਫਿਸਟੀਕੇਟਡ ਐਂਡ ਮੀਨਿੰਗ ਤੁਹਾਡਾ ਪੰਜਾਬੀ ਮੀਨਿੰਗ ਸੂਝਵਾਨ ਹੈ। ਸਿਨੋਨਿਮ ਆਪਣੇ ਕੋਲ ਆ ਜਾਏਗਾ ਐਕਸਪੀਰੀਅੰਸਡ ਐਂਡ ਆਪੋਜ਼ਿਟ ਵਰਡਸ ਆਰ ਪ੍ਰਿਮਿਟਿਵ ਐਂਡ ਅਨਰਿਫਾਈਨਡ। ਨੈਕਸਟ ਵਰਡ ਇਜ਼ ਸੌਰਟਡ ਐਂਡ ਜਿਵੇਂ ਤੁਹਾਨੂੰ ਦੱਸਿਆ ਗਿਆ ਤੁਸੀਂ ਟ੍ਰਿਕ ਹੈ ਜਿਹੜੀ ਕਰ ਸਕਦੇ ਹੋ, ਸੌਰੀ ਕਿਸੇ ਚੀਜ਼ ਲਈ ਫੀਲ ਕਰ ਰਹੇ ਹੋ, ਮਤਲਬ ਸੌਰੀ ਕਿਹਦੇ ਵਾਸਤੇ ਹੋਊਗੀ, ਕੋਈ ਜਿਹੜੀ ਚੀਜ਼ ਤੁਸੀਂ ਖਰਾਬ ਕੀਤੀ ਹੈ। ਸੋ ਅਨਪਲੀਜ਼ੈਂਟ, ਡਰਟੀ ਐਂਡ ਡਿਸਆਨਰੇਬਲ ਆਰ synonyms of this word and the opposite words are reputable. Next word is revelation and the meaning of this phrase is this word is ਹਾਰ ਕਰਨਾ, ਕਿਸੇ ਚੀਜ਼ ਨੂੰ ਸਾਹਮਣੇ ਲੈ ਕੇ ਆਉਣਾ। break and disclosure ਤੁਹਾਡੇ synonym ਨੇ। opposite words are concealment and you can say secret. Next word is ਕ੍ਰੈਸ਼ ਦਾ ਮੀਨਿੰਗ ਹੁੰਦਾ ਹੈ ਰੱਦ ਕਰ ਦੇਣਾ, ਰਿਜੈਕਟ ਕਰਨਾ। ਕ੍ਰਸ਼ ਤੁਸੀਂ ਕਹਿ ਸਕਦੇ ਹੋ। ਰਿਜੈਕਟ ਐਂਡ ਕ੍ਰਸ਼ ਆਰ synonyms of this word and opposite word is ਸਪੋਰਟ। ਆਈ ਹੋਪ ਤੁਹਾਨੂੰ ਕਲੀਅਰ ਨੇ। ਹਾਂਜੀ, ਤਾਂ ਨੈਕਸਟ ਕੁਐਸਚਨ ਜਿਹੜਾ ਆਪਾਂ ਡਿਸਕਸ ਕਰਾਂਗੇ ਦੈਟ ਇਜ਼ ਸਪੈਲਿੰਗ ਐਰਰਸ। ਤਾਂ ਸਪੈਲਿੰਗ ਐਰਰਸ ਕੀ ਹੁੰਦੇ ਆ, ਮਿਸ ਸਪੈਲਡ ਕੀ ਹੁੰਦੇ ਆ, ਤੁਹਾਨੂੰ ਸਾਰਿਆਂ ਨੂੰ ਪਤਾ ਹੈ। ਸਪੈਲਿੰਗ ਐਰਰ ਦੇ ਵਿੱਚ ਕੀ ਹੁੰਦਾ ਆਪਣੇ ਕੋਲੇ ਕੁਛ ਨਾ ਕੁਛ ਵਰਡ ਦਿੱਤੇ ਹੁੰਦੇ ਆ, ਜਿਵੇਂ 3-4 ਆਪਸ਼ਨਸ ਦੇ ਦੀਆਂ, ਉਹਨਾਂ ਚੋਂ ਪੁੱਛਿਆ ਹੋ ਸਕਦਾ ਇਨਕਰੈਕਟਲੀ ਸਪੈਲਡ ਵਰਡ ਕਿਹੜਾ, ਕਰੈਕਟਲੀ ਸਪੈਲਡ ਵਰਡ ਕਿਹੜਾ, ਜਾਂ ਫਿਰ ਤੁਹਾਡੇ ਕੋਲੇ ਕੀ ਹੁੰਦਾ ਹੈ ਇੱਕ ਸੈਂਟੈਂਸ ਦਾ ਬਣਾ ਕੇ ਜਿਹੜਾ ਕੁਐਸਚਨ ਪੁੱਛਿਆ ਜਾ ਸਕਦਾ ਵੀ ਸੈਂਟੈਂਸ ਦਿੱਤੀ ਹੈ ਤਾਂ ਤੁਹਾਨੂੰ ਪੁੱਛਿਆ ਜਾ ਸਕਦਾ ਨੋ ਸਪੈਲਿੰਗ ਐਰਰ ਵਾਲਾ ਸੈਂਟੈਂਸ ਕਿਹੜਾ ਹੈ, ਜਾਂ ਫਿਰ ਕੋਈ ਸੈਂਟੈਂਸ ਤੁਹਾਨੂੰ ਪੁੱਛਿਆ ਜਾ ਸਕਦਾ, ਪੁੱਛ ਸਕਦੇ ਕਿ ਸਪੈਲਿੰਗ ਐਰਰ ਵਾਲਾ ਜਿਹੜਾ ਸੈਂਟੈਂਸ ਕਿਹੜਾ ਹੈ। ਤਾਂ ਹੁਣ ਧਿਆਨ ਨਾਲ ਕੁਐਸਚਨ ਪੜੋਗੇ ਦੈਨ ਤੁਸੀਂ ਇਹਦਾ ਆਨਸਰ ਜਿਹੜਾ ਹੈਗਾ ਉਹ ਕਰਨਾ ਹੁੰਦਾ ਹੈ। ਮੈਂ ਤੁਹਾਨੂੰ ਦੱਸਿਆ ਹੀ ਹੈ ਤਾਂ ਤੁਸੀਂ ਇਹ ਜਿਹੜਾ ਹੈ ਆਪਸ਼ਨ ਦੇ ਥਰੂ ਹੀ ਚੈੱਕ ਕਰਨਾ ਹੈ ਕਿ ਸਪੈਲਿੰਗ ਐਰਰ ਤੁਹਾਡੇ ਕੋਲੇ ਕਿਹੜੇ ਵਰਡ ਦੇ ਵਿੱਚ ਹੈ, ਬਿਕਾਜ਼ ਵਿਦਆਊਟ ਆਪਸ਼ਨ ਜੇ ਕਰੋਗੇ ਤਾਂ ਤੁਹਾਡੇ ਗਲਤੀ ਦੇ ਚਾਂਸਸ ਹੁੰਦੇ ਆ। ਸੋ ਆਪਸ਼ਨਸ ਦੇ ਥਰੂ ਹੀ ਹੈ ਜਿਹੜਾ ਇਹ ਕੁਐਸਚਨ ਨੂੰ ਤੁਸੀਂ ਕਵਰ ਕਰੋਗੇ। ਹਾਂਜੀ, ਤਾਂ ਚੈੱਕ ਕਰੋ ਫਰਸਟ ਕੁਐਸਚਨ ਤੁਹਾਨੂੰ ਸਕਰੀਨ ਦੇ ਉੱਤੇ ਸ਼ੋ ਹੋ ਗਿਆ, ਤਾਂ ਕੁਐਸਚਨ ਧਿਆਨ ਨਾਲ ਪੜੋਗੇ ਦੈਨ ਤੁਸੀਂ ਆਨਸਰ ਮਾਰਕ ਕਰੋਗੇ। ਦੇਖੋ ਜੀ ਕੀ ਆਨਸਰ ਹੋਏਗਾ ਇਸ ਕੁਐਸਚਨ ਦਾ, ਦੈਨ ਤੁਹਾਨੂੰ ਇਹਦਾ ਆਨਸਰ ਹੈ ਜਿਹੜਾ ਆਪਾਂ ਇੱਥੇ ਰਿਵੀਲ ਕਰਾਂਗੇ। ਚੈੱਕ ਕਰੋ, 4 ਆਪਸ਼ਨਸ ਨੇ। ਕੁਐਸਚਨ ਕੀ ਪੁੱਛਿਆ ਗਿਆ ਹੈ, ਚੂਜ਼ ਦਾ ਕਰੈਕਟਲੀ ਸਪੈਲਡ ਵਰਡ। ਤਾਂ ਚਾਰੋਂ ਆਪਸ਼ਨ ਦੇ ਵਿੱਚੋਂ ਕਰੈਕਟਲੀ ਸਪੈਲਿੰਗ ਜਿਹੜੇ ਹੈਗੇ ਕਿਹੜੇ ਵਰਡ ਦੇ ਆ, ਉਹ ਚੀਜ਼ ਤੁਸੀਂ ਜਿਹੜੀ ਇੱਥੇ ਚੈੱਕ ਕਰਨੀ। First word is mice, next is parent is, next is orientation and the last word is naturally। ਤਾਂ ਆਪਣੇ ਕੋਲੇ correctly spelled word find out ਕਰਨ ਦੇ ਲਈ ਕਿਹਾ, ਇਟ ਮੀਨਸ ਤੁਹਾਡੇ ਕੋਲੇ 3 ਆਪਸ਼ਨਸ ਹੋਣਗੀਆਂ ਜਿਹੜੀਆਂ ਇਨਕਰੈਕਟ ਹੋਣਗੀਆਂ ਤੇ ਇੱਕ ਆਪਸ਼ਨ ਦੇ ਸਪੈਲਿੰਗ ਕਰੈਕਟ ਹੋਣਗੇ, ਤਾਂ ਹੁਣ ਉਹੀ ਆਪਸ਼ਨ ਜਿਹੜੀ ਤੁਸੀਂ ਇੱਥੇ find out ਕਰੋਗੇ। ਹਾਂਜੀ, ਦੇਖिए आंसर, आई होप ਤੁਸੀਂ ਆਨਸਰ ਕਰ ਲਿਆ ਹੋਵੇਗਾ। ਤਾਂ ਆਨਸਰ ਕੀ ਆਏਗਾ, ਕਰੈਕਟਲੀ ਸਪੈਲਡ ਵਰਡ ਪੁੱਛਿਆ ਗਿਆ ਤਾਂ ਤੁਹਾਡਾ ਆਨਸਰ ਸੀ ਇਹ ਆਪਸ਼ਨ ਜਿਹੜਾ ਤੁਹਾਡਾ ਕਰੈਕਟ ਸਪੈਲਿੰਗ ਹੈ। ਤਾਂ ਮਾਈਸ, ਮਾਈਸ ਹੁੰਦਾ ਕੀ ਹੈ, ਮਾਊਸ ਤਾਂ ਤੁਸੀਂ ਸੁਣਿਆ ਹੋਣਾ ਸਾਰਿਆਂ ਨੇ, MOUSE। ਮਾਊਸ ਕੀ ਹੁੰਦਾ ਤੁਹਾਡੇ ਕੋਲੇ ਚੂਹੇ ਵਾਸਤੇ ਆਪਾਂ ਯੂਜ਼ ਕਰਦੇ ਹਾਂ, ਤੇ ਮਾਈਸ ਹੈ ਜਿਹੜਾ ਚੂਹੇ ਦਾ ਪਲੂਰਲ ਹੈ, ਇਹ ਸਿੰਗੂਲਰ ਹੈ ਤੇ ਪਲੂਰਲ ਫਾਰਮ ਹੈ ਜਿਹੜੀ ਤੁਹਾਡੇ ਕੋਲੇ ਮਾਈਸ ਹੁੰਦੀ ਹੈ। ਮਾਈਸ ਦਾ ਮਤਲਬ ਕੀ ਹੁੰਦਾ ਚੂਹੇ। ਅੱਗੇ ਤੁਹਾਡੇ ਕੋਲੇ ਪੇਰੈਂਟਸ ਲਿਖਿਆ ਹੋਇਆ ਹੈ, ਪੇਰੈਂਟਸ ਤੁਸੀਂ ਇਹ ਜਿਹੜਾ ਪੇਰੈਂਟਸ ਨਾਲ ਰਿਲੇਟ ਕਰਕੇ ਕਹਿ ਸਕਦੇ ਹੋ, ਪੇਰੈਂਟਸ ਦੇ ਨਾਲ ਰਿਲੇਟਡ ਕੋਈ ਵਰਡ ਹੈ ਪੇਰੈਂਟਸ। ਨੈਕਸਟ ਆਪਣੇ ਕੋਲੇ ਆ ਜਾਂਦਾ ਵੀ ਓਰੀਐਂਟੇਸ਼ਨ। ਓਰੀਐਂਟੇਸ਼ਨ ਕੋਰਸ ਤੁਸੀਂ ਸੁਣਿਆ ਹੋਣਾ, ਕਿਸੇ ਚੀਜ਼ ਦੇ ਸ਼ੁਰੂਆਤੀ ਦੇ ਕੋਰਸ ਤੁਸੀਂ ਕਹਿ ਸਕਦੇ ਹੋ ਨਾ, ਤਾਂ ਓਰੀਐਂਟੇਸ਼ਨ। ਨੈਕਸਟ ਆਪਣੇ ਕੋਲੇ ਵਰਡ ਹੈ ਜੀ ਜਿਹੜਾ ਦੈਟ ਇਜ਼ ਨੈਚੁਰਲੀ। ਤਾਂ ਨੈਚੁਰਲੀ ਦੀ ਸਪੈਲਿੰਗ ਅਗੇਨ ਇੱਥੇ ਰੋਂਗ ਲਿਖਿਆ ਹੋਇਆ, ਸਪੈਲਿੰਗ ਹੁੰਦੇ ਤੁਹਾਡੇ ਕੋਲੇ NATURALLY। ਤਾਂ ਨੈਚੁਰਲੀ ਮਤਲਬ ਕਿਸੇ ਚੀਜ਼ ਦਾ ਕੁਦਰਤੀ ਤਰੀਕੇ ਨਾਲ ਹੋਣਾ। ਹੁਣ ਇਹਨਾਂ ਦੀ ਸਪੈਲਿੰਗ ਦੇਖ ਲਓ ਜੀ, ਮਾਈਸ ਦੀ ਸਪੈਲਿੰਗ ਤਾਂ ਆਪਣੇ ਕੋਲੇ ਕਰੈਕਟ ਨਹੀਂ, ਪੇਰੈਂਟਸ ਦੇ ਵਿੱਚ ਕੀ ਐਰਰ ਹੈ, ਪੇਰੈਂਟ ਦੀ ਸਪੈਲਿੰਗ ਹੁੰਦੀ ਹੈ PARENT ਹੁੰਦਾ ਨਾ, ਪੇਰੈਂਟਸ RENTS ਹੁੰਦਾ ਪਿੱਛੇ, ਬਸ ਇੱਥੇ ਪੇਰੈਂਟਸ ਹੋ ਜਾਊਗਾ ਤਾਂ AGE ਪੈ ਜਾਏਗਾ। ਪੇਰੈਂਟ ਹੁੰਦਾ RENT ਨਹੀਂ ਹੁੰਦਾ, ਇੱਥੇ ਐਰਰ ਸੀ। ਨੈਕਸਟ ਤੁਸੀਂ ਦੇਖੋਗੇ ਸੀ ਆਪਸ਼ਨ 'ਚ ਕਿੱਥੇ ਐਰਰ ਹੈ ਜੀ, ORIANTATION ਹੁੰਦਾ। ਸੋ ਦੇਖੋ ਸਪੈਲਿੰਗ ਹੁੰਦੀ ਹੈ ORIENTATION, ਓਰੀਐਂਟੇਸ਼ਨ।
ENT ਹੁੰਦਾ ਹੈ, ANT ਨਹੀਂ ਹੁੰਦਾ, ਜੋ ਕਿ ਇੱਥੇ ਰੌਂਗ ਦਿੱਤਾ ਹੋਇਆ। ਨੈਕਸਟ ਆਪਣੇ ਕੋਲ ਡੀ ਆਪਸ਼ਨ ਦੇਖੋ ਜੀ, ਨੈਚੁਰਲੀ ਦੇ ਸਪੈਲਿੰਗ ਜਿਵੇਂ ਤੁਹਾਨੂੰ ਦੱਸ ਹੀ ਦਿੱਤੇ ਗਏ ਆ, ਤਾਂ ਸਪੈਲਿੰਗ ਦੇਖਿਓ ਜੀ, NATURALLY ਹੁੰਦੇ ਆ, ਡਬਲ ਐਲ ਦਾ ਯੂਜ਼ ਕੀਤਾ ਜਾਂਦਾ, ਸਿੰਗਲ ਐਲ ਨਹੀਂ ਹੁੰਦੀ। ਆਈ ਹੋਪ ਤੁਹਾਨੂੰ ਫਰਸਟ ਕੁਐਸਚਨ ਕਲੀਅਰ ਹੋ ਗਿਆ ਹੋਵੇਗਾ। ਦੇਖੋ ਜੀ ਸੈਕੰਡ ਕੁਐਸਚਨ ਧਿਆਨ ਨਾਲ ਪੜੋਗੇ ਦੈਨ ਆਂਸਰ ਮਾਰਕ ਕਰੋਗੇ। ਇੱਕ ਵਾਰ ਟਰਾਈ ਕਰੋ ਦੈਨ ਤੁਹਾਨੂੰ ਇਹਦਾ ਆਂਸਰ ਹੈ ਜਿਹੜਾ ਆਪਾਂ ਇੱਥੇ ਰਿਵੀਲ ਕਰਦੇ ਹਾਂ। ਦੇਖੋ ਜੀ क्वेश्चन है सिलेक्ट द सेंटेंस विद नो स्पेलिंग एरर। तो सेंटेंस फाइंड आउट करोगे केड़ा सेंटेंस है जेड़ा विदाउट स्पेलिंग एरर है जेड़ा इथे दिता गया। तो अपना सेंटेंस की है, एक बार सेंटेंस की रीडिंग लेने आ। माय मदर प्रिपेयर्स डिलीशियस चॉकलेट केक्स। अपना सेंटेंस ये है जी। ਤੁਹਾਨੂੰ ਇਹ ਸੈਂਟੈਂਸ ਇਸ ਤਰੀਕੇ ਦੇ ਕੁਐਸਚਨਸ ਨੂੰ ਕਿਵੇਂ ਆਪਾਂ ਸੋਲਵ ਕਰਨਾ ਹੈ ਬਹੁਤ ਚੰਗੇ ਤਰੀਕੇ ਨਾਲ ਸਿਖਾਇਆ ਹੋਇਆ। ਦੇਖਦੇ ਹਾਂ ਜੀ ਤੁਹਾਡਾ ਆਨਸਰ ਕੀ ਆਉਂਦਾ ਹੈ। ਚੈੱਕ ਕਰੋ। हाँ जी, तो आई होप तुसीं आंसर मार्क कर लिया होगा। ਹੁਣ ਚੈੱਕ ਕਰਦੇ ਆਪਾਂ ਆਂਸਰ ਕੀ ਆਏਗਾ। ਬਾਈ ਆਪਸ਼ਨ से ਜਿਹੜਾ ਤੁਸੀਂ ਇਹ ਕੁਐਸਚਨ ਨੂੰ ਵੀ ਸੋਲਵ ਕਰੋਗੇ। ਸਭ ਤੋਂ ਪਹਿਲਾਂ ਦੇਖਿਆ ਮਾਈ ਦੇ ਸਪੈਲਿੰਗ ਸਾਰਿਆਂ 'ਚ ਸੇਮ ਹੈ। ਮਦਰ ਦੇ ਸਪੈਲਿੰਗ ਅਗੇਨ ਹਰ ਸੈਂਟੈਂਸ ਦੇ ਵਿੱਚ ਸੇਮ ਦਿੱਤੇ ਹੋਏ ਆ। ਪ੍ਰਪੇਅਰਸ ਦੇ ਸਪੈਲਿੰਗ ਦੇਖੋ ਜੀ ਪ੍ਰਪੇਅਰਸ ਦੇ ਸਪੈਲਿੰਗ ਇੱਕ ਸੈਂਟੈਂਸ ਦੇ ਵਿੱਚ ਅਲੱਗ ਤੋਂ ਦਿੱਤੇ, ਜਿਵੇਂ ਪ੍ਰਪੇਅਰਸ ਦੇ ਸਪੈਲਿੰਗ ਇੱਕ ਵਿੱਚ ਸਹੀ ਦਿੱਤੇ ਹੋਏ ਆ। ਈ ਨਹੀਂ ਹੁੰਦਾ, ਏ ਹੁੰਦਾ ਹੈ। ਇਟ ਮੀਨਸ ਬੀ ਆਪਸ਼ਨ ਤਾਂ ਤੁਹਾਡੀ ਗਈ। ਪ੍ਰੀਪੇਅਰਸ ਦੇ ਸਪੈਲਿੰਗ PREPARES ਹੁੰਦੇ ਆ ਪ੍ਰੀਪੇਅਰ। ਤਾਂ ਹੁਣ ਪ੍ਰੀਪੇਅਰਸ ਦੇ ਸਪੈਲਿੰਗ ਦੇਖ ਲੈਣੇ ਆ ਤੁਸੀਂ। ਬਾਕੀ ਆਪਸ਼ਨ ਦੇ ਵਿੱਚ ਸਹੀ ਹੈ, ਬੀ ਆਪਸ਼ਨ ਦੇ ਵਿੱਚ ਤੁਹਾਡੇ ਰੌਂਗ ਸੀ। ਇਟ ਮੀਨਸ ਬੀ ਆਪਸ਼ਨ ਆਪਣੀ ਐਲੀਮੀਨੇਟ ਹੋ ਗਈ। ਨੈਕਸਟ ਆਪਣੇ ਕੋਲ ਵਰਡ ਆ ਜਾਂਦਾ ਡੈਲੀਸ਼ੀਅਸ। ਡੈਲੀਸ਼ੀਅਸ ਦੇ ਸਪੈਲਿੰਗ ਦੇਖੋ ਜੀ DELICIOUS ਬਿਲਕੁਲ ਸਹੀ ਨੇ। DELICI ਹੁੰਦਾ ਹੈ, ਇੱਥੇ ਆਈ ਨਹੀਂ ਦਿੱਤਾ ਹੋਇਆ। ਇਟ ਮੀਨਸ ਸੀ ਆਪਸ਼ਨ ਵੀ ਆਪਣੀ ਕੀ ਗਈ, ਇੱਥੋਂ ਐਲੀਮੀਨੇਟ ਹੋ ਗਈ। ਅਗੇਨ ਡੀ ਦੇ ਵਿੱਚ ਸਹੀ ਲਿਖਿਆ ਹੋਇਆ। ਅੱਗੇ ਦੇਖੋ ਆਪਣਾ ਚਾਕਲੇਟ ਦੇ ਸਪੈਲਿੰਗ CHOCOLATE ਠੀਕ ਹੈ ਜੀ ਚਾਕਲੇਟ। ਅਗੇਨ ਬੀ ਤੇ ਸੀ ਦਾ ਆਪਾਂ ਨੂੰ ਚੈੱਕ ਕਰਨ ਦੀ ਲੋੜ ਹੀ ਨਹੀਂ ਹੈ ਬਿਕਾਜ਼ ਆਪਾਂ ਇਹਨਾਂ ਨੂੰ ਐਲੀਮੀਨੇਟ ਕਰ ਚੁੱਕੇ ਹਾਂ। ਅਗੇਨ ਦੇਖੋ ਡੀ ਆਪਸ਼ਨ ਦੇ ਵਿੱਚ ਵੀ ਚਾਕਲੇਟ ਦੇ ਸਪੈਲਿੰਗ ਤੁਹਾਡੇ ਰੋਂਗ ਨੇ, ਤਾਂ ਡੀ ਆਪਸ਼ਨ ਜਿਹੜਾ ਤੁਹਾਡੇ ਕੋਲ ਫਿਰ ਐਲੀਮੀਨੇਟ ਹੋ ਗਿਆ, ਤਾਂ ਆਨਸਰ ਤੁਹਾਡੇ ਕੋਲ ਰਹਿ ਗਿਆ ਏ ਆਪਸ਼ਨ। ਬਾਕੀ ਤੁਸੀਂ ਕੇਕਸ ਦੇ ਸਪੈਲਿੰਗ ਵੀ ਚੈੱਕ ਕਰ ਸਕਦੇ ਹੋ। ਕੇਕਸ ਦੇ ਸਪੈਲਿੰਗ ਵੀ ਤੁਹਾਡੇ ਕੋਲ ਦੋਵਾਂ ਦੇ ਵਿੱਚ ਵੈਸੇ ਸੇਮ ਨੇ। ਲਾਸਟ ਆਪਸ਼ਨ ਦੇ ਵਿੱਚ ਤੁਹਾਡੇ ਕੋਲ ਕੇਕਸ ਦੇ ਸਪੈਲਿੰਗ ਸੀ ਆਪਸ਼ਨ ਦੇ ਵਿੱਚ ਕੇਕਸ ਦੇ ਸਪੈਲਿੰਗ ਵੀ ਜਿਹੜੇ ਤੁਹਾਡੇ ਰੋਂਗ ਹੋਏ ਆ। ਤਾਂ ਚੈੱਕ ਕੀਤਾ ਤਾਂ ਸਾਰਿਆਂ ਨਾਲੋਂ ਜ਼ਿਆਦਾ ਸਾਰੇ ਆਪਣੇ ਕੋਲ ਬਹੁਤ ਸਹੀ ਨੇ। ਕਿਹੜੇ ਸੈਂਟੈਂਸ ਦੇ ਵਿੱਚ, ਇਹ ਸੈਂਟੈਂਸ ਦੇ ਵਿੱਚ। ਤਾਂ ਆਪਣਾ ਜਿਹੜਾ ਆਨਸਰ ਹੋਏਗਾ ਇਹ ਹੋਏਗਾ ਜਿਹੜਾ ਕਿ ਤੁਸੀਂ ਮਾਰਕ ਕਰਨਾ ਸੀ। ਆਈ ਹੋਪ ਤੁਹਾਡਾ ਸਾਰਿਆਂ ਦਾ ਸਹੀ ਹੋਏਗਾ। ਹਾਂਜੀ ਅਗਲਾ ਜਿਹੜਾ ਕੁਐਸਚਨ ਹੈ ਜੀ ਤੁਹਾਡਾ ਅਗੇਨ ਸਪੈਲਿੰਗ ਐਰਰ ਦੇ ਉੱਤੇ ਹੈ। ਚੈੱਕ ਕਰੋ ਕੁਐਸਚਨ ਪੜੋ ਧਿਆਨ ਨਾਲ, ਤੇ ਚਾਰ ਆਪਸ਼ਨਸ ਨੇ, ਧਿਆਨ ਨਾਲ ਹੈ ਜਿਹੜਾ ਇਹ ਕੁਐਸਚਨ ਸੋਲਵ ਕਰਨਾ ਹੈ। ਹਾਂਜੀ ਚੈੱਕ ਕਰੋ ਦੈਨ ਤੁਹਾਨੂੰ ਇਹਦਾ ਆਨਸਰ ਦੱਸਦੇ ਹਾਂ। ਸਿਲੈਕਟ ਦਾ ਇਨਕਰੈਕਟਲੀ ਸਪੈਲਡ ਵਰਡ ਜਿਹੜਾ ਤੁਹਾਨੂੰ ਪੁੱਛਿਆ ਗਿਆ। ਇਨਕਰੈਕਟਲੀ ਸਪੈਲਿੰਗ ਹੈ ਜਿਹੜੇ ਤੁਸੀਂ ਦੇਖਣੇ ਆ ਕਿਹੜੇ ਵਰਡ ਦੇ ਤੁਹਾਡੇ ਕੋਲੇ ਸਪੈਲਿੰਗ ਰੋਂਗ ਨੇ। ਹਾਂਜੀ ਤਾਂ ਚੈੱਕ ਕਰੋ। ਤੁਸੀਂ ਕਰ ਲਿਆ ਹੋਣਾ ਆਨਸਰ ਸੋਲਵ। ਦੇਖੋ ਜੀ ਇਹਦਾ ਆਨਸਰ ਕੀ ਆਏਗਾ, ਤਾਂ ਆਨਸਰ ਆਏਗਾ ਤੁਹਾਡਾ ਬੀ। ਬੀ ਹੈ ਜਿਹੜਾ ਆਪਸ਼ਨ ਤੁਹਾਡੇ ਕੋਲੇ ਇੱਥੇ ਸਪੈਲਿੰਗ ਰੋਂਗ ਨੇ। ਹੁਣ ਬੀ ਦੇ ਸਪੈਲਿੰਗ ਕੀ ਹੋਣਗੇ ਆਪਾਂ ਚੈੱਕ ਕਰਾਂਗੇ ਵਨ ਬਾਏ ਵਨ। ਦੇਖੋ ਪਹਿਲਾਂ ਤਾਂ ਸਭ ਤੋਂ ਪਹਿਲਾਂ ਜਿਹੜੇ ਕਰੈਕਟ ਸਪੈਲਿੰਗ ਨੇ ਉਹਨਾਂ ਦੇ ਮੀਨਿੰਗ ਕੀ ਨੇ। ਪਹਿਲਾ ਵਰਡ ਹੈ ਪਿਲਗ੍ਰੀਮੇਜ। ਤੁਸੀਂ ਪਿਲਗ੍ਰੀਮੇਜ ਵਰਡ ਸੁਣਿਆ ਹੋਣਾ, ਇਹਦਾ ਮਤਲਬ ਕਿ ਤੁਹਾਡੇ ਕੋਲੇ ਧਾਰਮਿਕ ਹਨਾ, ਕਿਸੇ ਚੀਜ਼ ਦਾ ਧਾਰਮਿਕ ਚੀਜ਼ ਯਾਤਰਾ, ਜਿਵੇਂ ਤੁਸੀਂ ਤੀਰਥ ਯਾਤਰਾ ਵਰਡ ਯੂਜ਼ ਕਰ ਲੈਂਦੇ ਪਿਲਗ੍ਰੀਮੇਜ ਹਨਾ। ਤੇ ਪਿਲਗ੍ਰੀਮੇਜ ਦਾ ਮਤਲਬ ਹੁੰਦਾ ਤੁਹਾਡੇ ਕੋਲੇ ਧਾਰਮਿਕ। ਅੱਗੇ ਤੁਹਾਡੇ ਕੋਲੇ ਵਰਡ ਹੈ ਕੁਇਟਨ। ਕੁਇਟਨ ਦੀ ਸਪੈਲਿੰਗ ਤੁਹਾਡੇ ਕੋਲੇ ਰੋਂਗ ਹੈ ਇੱਥੇ। ਬੀ ਆਪਸ਼ਨ ਹੈ ਜਿਹੜਾ ਤੁਹਾਡੇ ਕੋਲੇ ਆਂਸਰ ਹੋਏਗਾ। ਇਨਕਰੈਕਟਲੀ ਸਪੈਲਡ ਵਰਡ ਪੁੱਛਿਆ ਗਿਆ ਸੀ, ਤੇ ਇਹਦੇ ਸਪੈਲਿੰਗ ਕੀ ਆਉਣਗੇ QUIETEN ਕੁਆਇਟਨ। ਤਾਂ ਇਹਦਾ ਮਤਲਬ ਹੁੰਦਾ ਤੁਹਾਡੇ ਕੋਲੇ ਸ਼ਾਂਤ। ਕੁਆਇਟ ਵਰਡ ਹੁੰਦਾ ਸ਼ਾਂਤ, ਕੁਆਇਟਨ ਦਾ ਮਤਲਬ ਹੁੰਦਾ ਸ਼ਾਂਤੀ ਵਾਲੀ ਚੀਜ਼ ਹੀ ਹੋਣਾ ਹਨਾ। ਅੱਗੇ ਤੁਹਾਡੇ ਕੋਲ ਹੈਗਾ ਸੀ ਆਪਸ਼ਨ। ਸੀ ਦਾ ਮੀਨਿੰਗ ਤੁਹਾਡੇ ਕੋਲ ਦੇਖੋ ਰਿਸੈਪਸ਼ਨ ਵਰਡ ਲਿਖਿਆ। ਰਿਸੈਪਸ਼ਨ ਤਾਂ ਤੁਸੀਂ ਸਾਰੇ ਜਾਣਦੇ ਹੋ, ਜਿਵੇਂ ਰਿਸੈਪਸ਼ਨ ਹੁੰਦੀ ਹੁੰਦੀ ਹੈ ਮਤਲਬ ਕਿਤੇ ਚੀਜ਼ ਦੀ ਸਵਾਗਤ ਦੀ, ਤੁਸੀਂ ਕਹਿ ਸਕਦੇ ਹੋ ਕੋਈ ਸਵਾਗਤ ਦੀ ਪਾਰਟੀ ਵਗੈਰਾ ਸਮਾਰੋਹ ਵਗੈਰਾ ਜਿਹੜਾ ਵਰਡ ਇਹਦੇ ਵਾਸਤੇ ਯੂਜ਼ ਕੀਤਾ ਜਾ ਸਕਦਾ ਹੈ। ਨੈਕਸਟ ਆਪਣੇ ਕੋਲ ਆ ਜਾਂਦਾ ਜੀ ਸੈਪਰੇਬਲ। ਸੈਪਰੇਬਲ ਦਾ ਮਤਲਬ ਕੀ ਹੁੰਦਾ ਸਾਡੇ ਕੋਲੇ ਕਿਸੇ ਚੀਜ਼ ਨੂੰ ਅਲੱਗ-ਅਲੱਗ ਕਰਨ ਦੇ ਜੋ ਹਨਾ। ਸੋ ਸੈਪਰੇਬਲ ਮਤਲਬ ਅਲੱਗ-ਅਲੱਗ ਜਾਣਾ। ਸੈਪਰੇਬਲ ਕੋਈ ਚੀਜ਼ ਜਿਹੜੀ ਵੱਖ-ਵੱਖ ਹੋਵੇ ਜੋ ਹੋਵੇ। ਨੈਕਸਟ ਜੇ ਤੁਹਾਡੇ ਵਰਡਸ ਜਿਨ੍ਹਾਂ ਦੇ ਆਪਾਂ ਮੀਨਿੰਗ ਵੀ ਚੈੱਕ ਕੀਤੇ ਆ। ਬੀ ਆਪਸ਼ਨ ਤੁਹਾਡਾ ਰੋਂਗ ਸੀਗਾ ਜਿਹੜਾ ਕਿ ਤੁਸੀਂ ਟਿਕ ਕਰਨਾ ਸੀ। ਬੀ ਆਪਣਾ ਆਨਸਰ ਸੀ। ਕੁਆਇਟਨ ਦੇ ਸਪੈਲਿੰਗ ਤੁਹਾਨੂੰ ਦੱਸ ਦਿੱਤੇ ਗਏ ਕਿ ਆਨਸਰ ਕੀ ਹੋਣਾ ਸੀ। ਹਾਂਜੀ ਆਈ ਹੋਪ ਤੁਹਾਨੂੰ ਜਿਹੜਾ ਇਨਕਰੈਕਟਲੀ ਸਪੈਲਡ ਵਰਡ, ਕਰੈਕਟਲੀ ਸਪੈਲਡ ਵਰਡ ਜਾਂ ਨੋ ਸਪੈਲਿੰਗ ਐਰਰ ਵਾਲਾ ਪੋਰਸ਼ਨ ਤੁਸੀਂ ਕਿਵੇਂ ਫਾਈਂਡ ਆਊਟ ਕਰਨਾ ਉਹ ਕਲੀਅਰ ਹੋ ਗਿਆ ਹੋਏਗਾ। ਅਗਲਾ ਜੋ ਆਪਾਂ ਟੌਪਿਕ ਕਰਨ ਜਾ ਰਹੇ ਹਾਂ ਦੈਟ ਇਜ਼ ਫਿਕਸ ਪ੍ਰੈਪੋਜੀਸ਼ਨ, ਔਰ ਤੁਹਾਨੂੰ ਦੱਸਿਆ ਗਿਆ ਇਹਨੂੰ ਫਰੇਜ਼ਲ ਵਰਬਸ ਵੀ ਕਹਿ ਦਿੱਤਾ ਜਾਂਦਾ ਹੈ। ਫਰੇਜ਼ਲ ਵਰਬਸ ਵੀ ਹੈ ਜਿਹੜਾ ਇਹ ਟੌਪਿਕ ਨੂੰ ਕਹਿ ਦਿੱਤਾ ਜਾਂਦਾ ਹੈ।
ਤਾਂ ਤੁਸੀਂ ਇਹ ਜਿਹੜਾ ਧਿਆਨ 'ਚ ਰੱਖੋਗੇ। ਕਨਫਿਊਜ਼ ਨਹੀਂ ਹੋਣਾ ਕਿ ਫਿਕਸਡ ਪ੍ਰੈਪੋਜੀਸ਼ਨ ਤੇ ਫਰੇਜ਼ਲ ਵਰਬ ਦੇ ਵਿੱਚ ਕੀ ਡਿਫਰੈਂਸ ਹੈ। ਛੋਟਾ-ਛੋਟਾ ਜਿਹਾ ਡਿਫਰੈਂਸ ਹੀ ਹੈ ਕਿ ਤੁਸੀਂ ਫਰੇਜ਼ਲ ਵਰਬਸ ਨੇ ਜਿਹੜੀਆਂ ਬੇਸਿਕਲੀ ਇੱਕ ਵਰਬ ਨੂੰ ਲੈ ਕੇ ਉਹਦੇ ਨਾਲ ਜਿਹੜੇ ਕਾਫੀ ਪ੍ਰੈਪੋਜੀਸ਼ਨਸ ਯੂਜ਼ ਕੀਤੀਆਂ ਜਾਂਦੀਆਂ, ਉਸੇ ਨੂੰ ਆਪਾਂ ਫਿਕਸਡ ਪ੍ਰੈਪੋਜੀਸ਼ਨ ਦੇ ਵਿੱਚ ਵੀ ਜਿਹੜਾ ਕਾਊਂਟ ਕਰ ਲੈਣੇ। ਬਾਕੀ ਜੋ ਤੁਹਾਨੂੰ ਕਰਵਾਏ ਜਾ ਰਹੇ ਵਰਡਸ ਨੇ ਉਹ ਫਿਕਸਡ ਪ੍ਰੈਪੋਜੀਸ਼ਨ ਐਂਡ ਫਰੇਜ਼ਲ ਵਰਬ ਦੋਨਾਂ ਨੂੰ ਲਾ ਕੇ ਜਿਹੜੇ ਆਪਾਂ ਇੱਥੇ ਲੈ ਕੇ ਆ ਰਹੇ ਹਾਂ, ਜੋ ਕਿ ਤੁਹਾਡੇ ਪੇਪਰ ਦੇ ਵਿੱਚ ਤੁਹਾਨੂੰ ਪੁੱਛੇ ਜਾ ਸਕਦੇ ਆ। ਸੋ ਇਹਨਾਂ ਨੂੰ ਧਿਆਨ ਨਾਲ ਕਰਨਾ। ਮੋਸਟ ਰਿਪੀਟਡ ਮੋਸਟ ਐਕਸਪੈਕਟਡ ਵਰਡਸ ਨੇ ਜਿਹੜੇ ਤੁਹਾਨੂੰ ਕਰਵਾ ਰਹੇ ਨਾ। ਹਾਂਜੀ, ਤਾਂ ਦੇਖੋ ਹੁਣ ਆਪਾਂ ਕਰਦੇ ਹਾਂ ਆਪਣਾ ਟੌਪਿਕ ਸਟਾਰਟ। ਸਭ ਤੋਂ ਪਹਿਲਾਂ ਤਾਂ ਲਾਸਟ ਕਲਾਸ ਦੇ ਵਿੱਚ ਜੋ ਤੁਹਾਨੂੰ ਦਿੱਤਾ ਗਿਆ ਸੀ ਹੋਮਵਰਕ ਕੁਐਸਚਨ, ਉਹਦਾ ਆਂਸਰ ਦੇਖਾਂਗੇ। 37 ਨੰਬਰ ਕਲਾਸ ਦਾ ਇਹ ਕੁਐਸਚਨ ਹੈ। ਕਲਾਸ ਨੰਬਰ 37 ਦੇ ਵਿੱਚ ਤੁਹਾਡੇ ਤੋਂ ਜਿਹੜਾ ਇੱਕ ਕੁਐਸਚਨ ਪੁੱਛਿਆ ਗਿਆ ਸੀ, ਹੀ ਰੈਨ ਫॉर द बस बट इट पुल्ड blank from the stop। ਹੁਣ ਇਹਦਾ ਆਂਸਰ ਕਾਫੀ ਸਟੂਡੈਂਟਸ ਨੇ ਜਿਹੜਾ ਹੈਗਾ ਤਾਂ ਆਂਸਰ ਕਮੈਂਟ ਬਾਕਸ ਦੇ ਵਿੱਚ ਦਿੱਤਾ ਵੀ ਸੀ। ਬਾਕੀ ਜਿਨ੍ਹਾਂ ਨੇ ਆਂਸਰ ਨਹੀਂ ਦਿੱਤਾ ਤਾਂ ਚੈੱਕ ਕਰੋ ਜੀ ਆਂਸਰ ਕੀ ਹੋਏਗਾ। ਹੀ ਰੈਨ ਫॉर द बस बट इट पुल्ड from the stop। ਤਾਂ ਹੁਣ ਇੱਥੇ ਆਂਸਰ ਕੀ ਆਏਗਾ। ਤੁਹਾਨੂੰ ਦੱਸਿਆ ਗਿਆ ਸੀ ਕਿ ਜਿਵੇਂ ਤੁਹਾਡੇ ਕੋਲੇ ਇੱਥੇ ਗੱਲ ਕੀਤੀ ਜਾ ਰਹੀ ਹੈ ਬੱਸ ਦੀ, ਤੇ ਬੱਸ ਕਹਿ ਲਓ ਜਦੋਂ ਕੋਈ ਪਰਸਨ ਕੋਈ ਕਹਿ ਲਓ ਭੱਜ ਕੇ ਗਿਆ, ਪਰ ਜਦੋਂ ਉਹਨੂੰ ਉਹ ਪਹੁੰਚਿਆ ਬੱਸ ਕੀ ਹੋ ਗਈ ਸੀ, ਸਟਾਪ ਛੱਡ ਚੁੱਕੀ ਸੀ। ਤਾਂ ਹੁਣ ਕੀ ਆ ਗਿਆ ਤੁਹਾਡੇ ਕੋਲੇ, ਪੁਲਡ ਅਵੇ ਜਿਹੜਾ ਇੱਥੇ ਆਂਸਰ ਯੂਜ਼ ਕੀਤਾ ਜਾਏਗਾ। ਪੁਲਡ ਅਵੇ ਦਾ ਮਤਲਬ ਕੀ ਹੁੰਦਾ ਹੈ, ਕੋਈ ਚੀਜ਼ ਜਿਹੜੀ ਕਿ ਕਿਸੇ ਚੀਜ਼ ਨੂੰ ਛੱਡ ਕੇ ਜਾ ਚੁੱਕੀ ਹੈ। ਸੋ ਪੁਲਡ ਅਵੇ ਹੈ ਜਿਹੜਾ ਇੱਥੇ ਆਂਸਰ ਆਉਣਾ ਸੀ। ਆਈ ਹੋਪ ਤੁਹਾਨੂੰ ਕਲੀਅਰ ਹੋ ਗਿਆ ਹੋਵੇਗਾ ਕੁਐਸਚਨ ਦਾ ਆਂਸਰ। ਬਾਕੀ ਪੁੱਲ ਇਨ ਕੀ ਹੁੰਦਾ ਹੈ, ਪੁੱਲ ਆਊਟ ਕੀ ਹੁੰਦਾ ਹੈ, ਪੁੱਲ ਓਵਰ ਦਾ ਮੀਨਿੰਗ ਕੀ ਹੁੰਦਾ ਹੈ, ਤੇ ਤੁਹਾਡੇ ਕੋਲੇ ਇਹਨਾਂ ਦੇ ਮੀਨਿੰਗ ਤੁਹਾਨੂੰ ਬਹੁਤ ਚੰਗੇ ਤਰੀਕੇ ਨਾਲ ਆਪਾਂ ਲਾਸਟ ਕਲਾਸ ਦੇ ਵਿੱਚ ਡਿਸਕਸ ਕੀਤੇ ਹੈ। ਜੇ ਕਿਸੇ ਨੂੰ ਇਹਨਾਂ ਦੇ ਵਿੱਚ ਡਾਊਟ ਹੈ ਤਾਂ ਤੁਸੀਂ ਲਾਸਟ ਕਲਾਸ ਜ਼ਰੂਰ ਦੇਖਣੀ ਹੈ, ਬਿਕੋਜ਼ ਉੱਥੇ ਤੁਹਾਨੂੰ ਵਿਦ ਐਗਜ਼ਾਮਪਲ ਐਂਡ ਮੀਨਿੰਗ ਹੈ ਜਿਹੜੇ ਵਰਡ ਆਪਾਂ ਡਿਸਕਸ ਕੀਤੇ ਹੈ। ਹਾਂਜੀ, ਤਾਂ ਆਪਣੀਆਂ ਅੱਜ ਦੀਆਂ ਕਲਾਸ ਦੀਆਂ ਜਿਹੜੀਆਂ ਆਪਣੇ ਫਰੇਜ਼ਸ ਨੇ ਉਹਨਾਂ ਨੂੰ ਡਿਸਕਸ ਕਰਦੇ ਹਾਂ। ਸਭ ਤੋਂ ਪਹਿਲੀ ਫਰੇਜ਼ ਆਪਣੇ ਕੋਲੇ ਦੇਖੋ ਜੀ, ਹੁਣ ਆਪਾਂ ਡਾਈ ਨਾਲ ਰਿਲੇਟਡ ਹੈ ਜਿਹੜੇ ਕਾਫੀ ਪ੍ਰੈਪੋਜੀਸ਼ਨਸ ਯੂਜ਼ ਕਰਦੇ ਹਾਂ। ਡਾਈ ਨਾਲ ਜਿਵੇਂ ਡਾਈ ਆਫ, ਡਾਈ ਅਵੇ, ਡਾਈ ਟੂ, ਡਾਈ ਡਾਊਨ, ਤਾਂ ਇਸ ਤਰੀਕੇ ਨਾਲ ਜਿਹੜੇ ਵਰਡਸ ਆਪਣੇ ਕੋਲੇ ਆ ਜਾਂਦੇ ਆ। ਕਿਹਦਾ ਮੀਨਿੰਗ ਕੀ ਹੁੰਦਾ ਇਹ ਚੀਜ਼ ਕਲੀਅਰ ਹੋਣੀ ਜ਼ਰੂਰੀ ਹੈ, ਬਿਕੋਜ਼ ਇਹਦੇ ਨਾਲ ਜਿਹੜੇ ਹਰ ਇੱਕ ਵਰਡ ਦਾ ਮੀਨਿੰਗ ਅਲੱਗ-ਅਲੱਗ ਨਿਕਲਿਆ ਹੁੰਦਾ ਹੈ। ਸਭ ਤੋਂ ਪਹਿਲਾਂ ਦੇਖੋ ਡਾਈ ਦੇ ਨਾਲ ਜੇ ਵਰਡ ਅਵੇ ਦਿੱਤਾ ਹੋਇਆ, ਡਾਈ ਨਾਲ ਜੇ ਅਵੇ ਪ੍ਰੈਪੋਜੀਸ਼ਨ ਆ ਜਾਏ ਤਾਂ ਆਪਾਂ ਕੀ ਯੂਜ਼ ਕਰਾਂਗੇ, ਇਹਦਾ ਮੀਨਿੰਗ ਕੀ ਹੋਏਗਾ। ਇਹਦਾ ਮੀਨਿੰਗ ਹੁੰਦਾ ਜੀ ਟੂ ਡਿਮਿਨਿਸ਼ ਗ੍ਰੈਜੂਅਲੀ, ਮਤਲਬ ਕਿਸੇ ਚੀਜ਼ ਦੇ ਵਿੱਚ ਲਗਾਤਾਰ ਕੋਈ ਨਾ ਕੋਈ ਕਮੀ ਹੈ ਜਿਹੜੀ ਹੋ ਰਹੀ ਹੈ। ਸੋ ਟੂ ਡਾਈ ਅਵੇ ਦਾ ਮੀਨਿੰਗ ਹੁੰਦਾ ਟੂ ਡਿਮਿਨਿਸ਼ ਗ੍ਰੈਜੂਅਲੀ, ਕਿਸੇ ਚੀਜ਼ ਦਾ ਲਗਾਤਾਰ ਘਟਦੇ ਜਾਣਾ। ਆਪਣੇ ਕੋਲ ਐਗਜ਼ਾਮਪਲ ਹੈ ਦ ਕਰਾਈਜ਼ ਆਫ ਦ ਪੇਸ਼ੈਂਟਸ ਗ੍ਰੈਜੂਅਲੀ ਡਾਈ ਅਵੇ, ਮਤਲਬ ਜਿਹੜੇ ਪੇਸ਼ੈਂਟਸ ਸੀ ਕਹਿ ਸਕਦੇ ਹਾਂ ਵੀ ਜਦੋਂ ਉਹਨਾਂ ਦੇ ਦਵਾਈ ਵਗੈਰਾ ਲਗਾਈ ਜਾ ਰਹੀ ਸੀ ਤਾਂ ਉਦੋਂ ਜਿਹੜਾ ਉਹ ਬਹੁਤ ਜ਼ਿਆਦਾ ਚੀਖ ਪੁਕਾਰ ਕਰ ਰਹੇ ਸੀ, ਬਟ ਜਿਵੇਂ ਜਿਵੇਂ ਜਿਹੜਾ ਦਵਾਈ ਦਾ ਅਸਰ ਹੋਇਆ ਉਹਨਾਂ ਦੀਆਂ ਜਿਹੜੀਆਂ ਚੀਕਾਂ ਪੁਕਾਰਾਂ ਸੀਗੀਆਂ ਉਹ ਹੋ ਗਈਆਂ ਘੱਟ ਹੋ ਗਈਆਂ। ਸੋ ਕੀ ਹੋ ਗਈਆਂ, ਡਿਮਿਨਿਸ਼ ਹੋ ਗਈਆਂ ਗ੍ਰੈਜੂਅਲੀ, ਕਹਿ ਲਓ ਲਗਾਤਾਰ ਹੈ ਜਿਹੜੀਆਂ ਹੌਲੀ ਹੌਲੀ ਕਰਕੇ ਡਿਕਰੀਜ਼ ਹੋ ਗਈਆਂ। ਦ ਕਰਾਈਜ਼ ਆਫ ਦ ਪੇਸ਼ੈਂਟਸ ਗ੍ਰੈਜੂਅਲੀ ਡਾਈ ਅਵੇ, ਆਹ ਤੁਹਾਨੂੰ ਕਲੀਅਰ ਹੋ ਗਿਆ ਕਿ ਡਾਈ ਅਵੇ ਟੂ ਡਿਮਿਨਿਸ਼ ਗ੍ਰੈਜੂਅਲੀ, ਕਿਸੇ ਚੀਜ਼ ਦਾ ਲਗਾਤਾਰ ਹੌਲੀ ਹੌਲੀ ਘੱਟ ਹੁੰਦੇ ਰਹਿਣਾ। ਅਗਲਾ ਜਿਹੜਾ ਆਪਣੇ ਕੋਲੇ ਵਰਡ ਆ ਜਾਂਦਾ ਜੀ ਡਾਈ ਡਾਊਨ। ਹੁਣ ਡਾਈ ਡਾਊਨ ਦਾ ਮਤਲਬ ਹੁੰਦਾ ਤੁਹਾਡੇ ਕੋਲੇ ਟੂ ਡਿਕਰੀਜ਼ ਇਨ ਇੰਟੈਂਸਿਟੀ, ਮਤਲਬ ਕਿਸੇ ਚੀਜ਼ ਦੀ ਤੀਬਰਤਾ ਦੇ ਵਿੱਚ ਕਮੀ ਆ ਜਾਣਾ। ਜਿਵੇਂ ਕਹਿ ਸਕਦੇ ਕੋਈ ਪਰਸਨ ਬਹੁਤ ਉੱਚੀ ਬੋਲ ਰਿਹਾ ਸੀ ਤਾਂ ਡਾਈ ਡਾਊਨ ਦਾ ਮਤਲਬ ਕੀ ਹੋ ਜਾਊਗਾ, ਉਹਦੀ ਜਿਹੜੀ ਆਵਾਜ਼ ਆ ਹੌਲੀ ਹੋ ਗਈ। ਸੋ ਡਾਈ ਡਾਊਨ ਦਾ ਮਤਲਬ ਕੀ ਹੁੰਦਾ ਤੁਹਾਡੇ ਕੋਲੇ ਟੂ ਡਿਕਰੀਜ਼ ਇਨ ਇੰਟੈਂਸਿਟੀ। ਐਗਜ਼ਾਮਪਲ ਹੈ ਜੀ ਆਪਣੇ ਕੋਲੇ ਦਾ ਫਲੇਮਸ ਫਾਈਨਲੀ ਡਾਈਡ ਡਾਊਨ ਆਫਟਰ ਫਿਊ ਆਵਰਸ। ਤਾਂ ਕਹਿੰਦੇ ਜਿਹੜੀ ਇੱਥੇ ਗੱਲ ਕੀਤੀ ਜਾ ਰਹੀ ਹੈ ਅੱਗ ਦੀ, ਜਿਹੜੀ ਅੱਗ ਹੈ ਕਹਿੰਦੇ ਉਹ ਬਹੁਤ ਜ਼ਿਆਦਾ ਭੜਕੀ ਹੋਈ ਸੀ, ਬਟ ਥੋੜੇ ਟਾਈਮ ਬਾਅਦ ਕੀ ਹੋ ਗਿਆ, ਉਹ ਡਾਈ ਡਾਊਨ ਹੋ ਗਈ। ਮਤਲਬ ਉਹਦੀ ਜਿਹੜੀ ਇੰਟੈਂਸਿਟੀ ਸੀ, ਜਿਹੜੀ ਤੀਬਰਤਾ ਸੀ, ਜਿਸ ਜਿਹੜੀ ਤੇਜ਼ੀ ਨਾਲ ਉਹ ਫੈਲ ਰਹੀ ਸੀ ਹੋ ਗਈ ਘਟ ਗਈ। ਟੂ ਡਿਕਰੀਜ਼ ਇਨ ਇੰਟੈਂਸਿਟੀ, ਸੋ ਇਹਦਾ ਮੀਨਿੰਗ ਹੈ ਜੀ ਡਾਈ ਡਾਊਨ ਦਾ। ਅਗਲਾ ਜਿਹੜਾ ਆਪਣੇ ਕੋਲ ਫਰੇਜ਼ ਆ ਜਾਂਦਾ ਦੈਟ ਇਜ਼ ਡਾਈ ਫॉर। ਡਾਈ ਫॉर ਦਾ ਮਤਲਬ ਕੀ ਹੁੰਦਾ ਤੁਹਾਡੇ ਕੋਲ ਬੇਸਿਕਲੀ ਦੇਖਿਆ ਜਾਵੇ, ਜਿਵੇਂ ਆਪਾਂ ਸੋਲਜਰਸ ਨੂੰ ਕਹਿ ਨਹੀਂ ਦਿੰਦੇ, ਸੋਲਜਰਸ ਕੀ ਕਰਦੇ ਆ ਡਾਈ ਫॉर ਮਦਰਲੈਂਡ, ਮਦਰਲੈਂਡ ਦੇ ਲਈ ਸੈਕਰੀਫਾਈਸ ਕਰ ਦਿੰਦੇ ਆ। ਤਾਂ ਤੁਸੀਂ ਡਾਈ ਫॉर ਦਾ ਮੀਨਿੰਗ ਇੱਥੋਂ ਵੀ ਧਿਆਨ ਚ ਰੱਖ ਸਕਦੇ। ਫॉर ਦਾ ਮੀਨਿੰਗ ਤੁਹਾਡੇ ਕੋਲ ਲਈ ਹੁੰਦਾ, ਜਿਵੇਂ ਆਪਾਂ ਉਹਦੇ ਤੋਂ ਵੀ ਧਿਆਨ ਚ ਰੱਖ ਸਕਦੇ ਹਾਂ। ਡਾਈ ਦਾ ਮਤਲਬ ਮਰਨਾ, ਕਿਸੇ ਦੇ ਲਈ ਮਰਨਾ। ਸੋ ਟੂ ਡਿਜ਼ਾਇਰ ਸਮਥਿੰਗ ਗ੍ਰੇਟਲੀ, ਕਿਸੇ ਚੀਜ਼ ਦੀ ਬਹੁਤ ਜ਼ਿਆਦਾ ਗ੍ਰੇਟਲੀ ਇੱਛਾ ਹੋਣੀ ਕਿਸੇ ਕੰਮ ਨੂੰ ਕਰਨ ਲਈ। ਔਰ ਵਿਲਿੰਗਨੈਸ ਟੂ ਸੈਕਰੀਫਾਈਸ ਵਨਸੈਲਫ, ਜਾਂ ਫਿਰ ਆਪਣੇ ਆਪ ਨੂੰ ਸੈਕਰੀਫਾਈਸ ਕਰਨ ਦੀ ਇੱਛਾ ਹੋਣਾ। ਇਹਨੂੰ ਤੁਸੀਂ ਜਿਹੜਾ ਡਾਈ ਫॉर ਫਰੇਜ਼ ਦੇ ਮੀਨਿੰਗ ਦੇ ਵਿੱਚ ਦੇਖ ਸਕਦੇ ਹੋ। ਐਗਜ਼ਾਮਪਲ ਆਪਣੇ ਕੋਲੇ ਦ ਸੋਲਜਰ ਸੈਡ ਦੈਟ ਹੀ ਵੁੱਡ ਡਾਈ ਫॉर ਹਿਸ ਕੰਟਰੀ। ਕਹਿੰਦੇ ਜਿਹੜਾ ਇੱਕ ਸਿਪਾਹੀ ਆ ਉਹ ਕਹਿੰਦਾ ਕਿ ਮੈਂ ਆਪਣੀ ਦੇਸ਼ ਦੇ ਲਈ ਜਿਹੜੀ ਜਾਨ ਦੇ ਦਾਂਗਾ, ਮੈਂ ਆਪਣੇ ਆਪ ਨੂੰ ਕੁਰਬਾਨ ਕਰ ਦਾਂਗਾ। ਤਾਂ ਇਹ ਜਿਹੜਾ ਹੈਗਾ ਤੁਹਾਡੇ ਕੋਲ ਐਗਜ਼ਾਮਪਲ ਹੋ ਜਾਏਗਾ ਡਾਈ ਫॉर ਦਾ। ਆਈ ਹੋਪ ਤੁਹਾਨੂੰ ਕਲੀਅਰ ਹੈ। ਹਾਂਜੀ, ਤਾਂ ਨੈਕਸਟ ਆਪਣੇ ਕੋਲ ਆ ਜਾਂਦੀ ਹੈ ਫਰੇਜ਼ ਦੈਟ ਇਜ਼ ਡਾਈ ਆਊਟ। ਡਾਈ ਦੇ ਨਾਲ ਜੇ ਆਊਟ ਵਰਡ ਦੇਤਾ ਤਾਂ ਤੁਹਾਡੇ ਕੋਲ ਆਊਟ ਦਾ ਬੇਸਿਕਲੀ ਮੀਨਿੰਗ ਹੁੰਦਾ ਕਿਸੇ ਚੀਜ਼ ਦਾ ਬਾਹਰ ਆਉਣਾ। ਤਾਂ ਮਤਲਬ ਕੋਈ ਚੀਜ਼ ਬਾਹਰ ਆਈ ਤੇ ਲੁਪਤ ਹੋ ਗਈ, ਲੁਪਤ ਹੋ ਗਈ, ਤਾਂ ਉੱਥੇ ਤੁਸੀਂ ਯੂਜ਼ ਕਰੋਗੇ ਡਾਈ ਆਊਟ ਦਾ। ਮਤਲਬ ਹੁਣ ਦੇਖੋ ਬਾਹਰ ਆਈ ਤੇ ਇਹਦੇ ਬਾਅਦ ਚ ਮਰ ਗਈ, ਮਤਲਬ ਮਰ ਗਈ ਤਾਂ ਹੁਣ ਉਹ ਅੱਗੇ ਤਾਂ ਇੱਥੇ ਹੋਣੀ ਨਹੀਂ ਹੈਗੀ। ਸੋ ਡਾਈ ਆਊਟ ਤੁਸੀਂ ਇਸ ਤਰੀਕੇ ਨਾਲ ਵੀ ਬਣਾ ਸਕਦੇ ਹੋ, ਟੂ ਬਿਕਮ ਐਕਸਟਿੰਕਟ, ਕੋਈ ਚੀਜ਼ ਜਿਹੜੀ ਕਿ ਤੁਹਾਡੇ ਕੋਲ ਕਹਿ ਲਓ ਐਕਸਟਿੰਕਟ ਹੋ ਗਈ ਹੈ, ਅਲੋਪ ਹੋ ਗਈ ਹੈ, ਤਾਂ ਤੁਸੀਂ ਯੂਜ਼ ਕਰੋਗੇ ਡਾਈ ਆਊਟ ਦਾ। ਐਗਜ਼ਾਮਪਲ ਹੈ ਦ ਕਸਟਮ ਆਫ ਸੈਂਡਿੰਗ ਹੈਂਡ ਰਿਟਨ ਲੈਟਰਸ ਸੀਮਸ ਟੂ ਬੀ ਡਾਈਂਗ ਆਊਟ ਐਸ ਟੈਕਨੋਲੋਜੀ ਐਡਵਾਂਸਸ। ਤਾਂ ਹੁਣ ਦੇਖੋ ਪਹਿਲਾਂ ਦੇ ਟਾਈਮ ਦੇ ਵਿੱਚ ਕੀ ਹੁੰਦਾ ਸੀ ਕਿ ਲੋਕ ਸੀ ਜਿਹੜੇ ਇੱਕ ਦੂਸਰੇ ਨੂੰ ਚਿੱਠੀਆਂ ਲਿਖਦੇ ਹੁੰਦੇ ਸੀ, ਬਟ ਅੱਜ ਦੇ ਟਾਈਮ ਦੇ ਵਿੱਚ ਜਿਵੇਂ ਹੁਣ ਈਮੇਲ ਚੱਲ ਪਿਆ ਹਨਾ, ਵਟਸਐਪ ਵਗੈਰਾ ਤੇ ਮੈਸੇਜ ਵਗੈਰਾ ਭੇਜ ਦਿੰਦੇ ਆ, ਇੰਸਟਾਗ੍ਰਾਮ ਚੱਲ ਪਿਆ ਹਨਾ, ਟੈਲੀਗ੍ਰਾਮ ਹੋ ਜਾਂਦਾ ਹੈ। ਤਾਂ ਉਸ ਦੀ ਤੁਹਾਡੇ ਕੋਲੇ ਇਸ ਤਰੀਕੇ ਨਾਲ ਟੈਕਸਟ ਮੈਸੇਜ ਭੇਜਣ ਜਿਹੜੇ ਹੈਗੇ ਸ਼ੁਰੂ ਹੋ ਗਏ ਆ। ਤਾਂ ਹੈਂਡ ਰਿਟਨ ਲੈਟਰਸ ਦਾ ਜਿਹੜਾ ਆਪਣੇ ਕੋਲੇ ਟ੍ਰੈਂਡ ਸੀ ਉਹ ਹੁਣ ਘਟ ਗਿਆ। ਤਾਂ ਡਾਈਂਗ ਆਊਟ ਜਿਹੜਾ ਤੁਸੀਂ ਯੂਜ਼ ਕਰ ਸਕਦੇ ਹੋ
ਇਸ ਵਾਲੀ ਫਰੇਜ਼ ਦੇ ਵਿੱਚ ਬਿਕੋਜ਼ ਉਹ ਐਕਸਟੈਂਡ ਹੀ ਹੋ ਗਿਆ ਅੱਜ ਕੱਲ੍ਹ ਜਿਹੜਾ ਹੈਂਡ ਰਿਟਨ ਲੈਟਰਸ ਲਿਖਣ ਦਾ ਕੰਮ ਹੈ ਜਿਹੜਾ ਬਿਲਕੁਲ ਹੀ ਬੰਦ ਹੋ ਚੁੱਕੇ। ਅਗਲਾ ਜਿਹੜਾ ਦੇਖੋਗੇ ਜੀ ਆਪਣੇ ਕੋਲੇ ਡਾਈ ਆਫ। ਡਾਈ ਆਫ ਉਹ ਡਬਲ ਐਫ ਦਾ ਬੇਸਿਕਲੀ ਮੀਨਿੰਗ ਤੇ ਤੁਹਾਨੂੰ ਦੱਸਿਆ ਹੀ ਹੈ ਕਿ ਆਫ ਦਾ ਮੀਨਿੰਗ ਹੁੰਦਾ ਕਿਸੇ ਚੀਜ਼ ਨੂੰ ਬੰਦ ਕਰਨਾ। ਸੋ ਡਾਈ ਆਫ ਦਾ ਮੀਨਿੰਗ ਹੁੰਦਾ ਤੁਹਾਡੇ ਕੋਲੇ ਇੱਕ ਸਿਗਨੀਫੀਕੈਂਟ ਰਿਡਕਸ਼ਨ ਇਨ ਪੋਪੂਲੇਸ਼ਨ। ਕਿਸੇ ਚੀਜ਼ ਦੇ ਵਿੱਚ ਕਾਫੀ ਕਹਿ ਲਓ ਕਾਫੀ ਆਪਾਂ ਕਹਿ ਲਓ ਜਿਹੜੀ ਚੀਜ਼ ਨੋਟੇਬਲ ਜੀ ਹੋਵੇ ਤਾਂ ਨੋਟੇਬਲ ਜਾਂ ਰਿਡਕਸ਼ਨ ਹੋਣਾ ਕਮੀ ਹੋਣੀ ਕਿਹਦੇ ਵਿੱਚ ਪੋਪੂਲੇਸ਼ਨ ਦੇ ਵਿੱਚ। ਪੋਪੂਲੇਸ਼ਨ ਦੇ ਵਿੱਚ ਡਿਕਰੀਜ਼ ਹੋਣਾ ਤਾਂ ਤੁਸੀਂ ਇਹ ਜਿਹੜਾ ਯੂਜ਼ ਕਰੋਗੇ ਡਾਈ ਆਫ। ਤਾਂ ਜਿਵੇਂ ਐਗਜ਼ਾਮਪਲ ਦਿੱਤੀ ਗਈ ਹੈ ਦ ਪੋਪੂਲੇਸ਼ਨ ਆਫ ਦਿਸ ਕੰਟਰੀ ਇਜ਼ ਸਲੋਲੀ ਡਾਈਂਗ ਆਫ ਡਿਊ ਟੂ ਕੰਟੈਜੀਅਸ ਕੈਂਸਰ। ਤਾਂ ਹੁਣ ਕੰਟੈਂਜੀਅਸ ਕੈਂਸਰ ਮਤਲਬ ਕੋਈ ਛੂਤ ਦੀ ਕੈਂਸਰ ਹੈ ਉਹਦੇ ਨਾਲ ਹੈ ਜਿਹੜਾ ਪੋਪੂਲੇਸ਼ਨ ਹੈ ਕਿਸੇ ਕੰਟਰੀ ਦੀ ਉਹ ਸਲੋਲੀ ਡਾਈਂਗ ਆਫ ਹੋ ਰਹੀ ਹੈ ਮਤਲਬ ਬਹੁਤ ਜ਼ਿਆਦਾ ਤੇਜ਼ੀ ਨਾਲ ਮਤਲਬ ਕਾਫੀ ਨੋਟੇਬਲ ਜਾਂ ਚੀਜ਼ ਹੈ ਜਿਹੜਾ ਉਹਦੇ ਵਿੱਚ ਆ ਰਿਹਾ ਰਿਡਕਸ਼ਨ ਹੈ ਜਿਹੜੀ ਉਹਦੇ ਵਿੱਚ ਹੋ ਰਹੀ ਹੈ। ਇਸ ਇਜ਼ ਆਪਣੇ ਡਾਈ ਆਫ ਫਰੇਜ਼। ਆਈ ਹੋਪ ਤੁਹਾਨੂੰ ਡਾਈ ਨਾਲ ਰਿਲੇਟਡ ਜਿੰਨੇ ਵੀ ਆਪਾਂ ਫਰੇਜ਼ਸ ਕੀਤੇ ਆ ਉਹ ਕਲੀਅਰ ਹੋ ਗਏ ਹੋਣਗੇ। ਇੱਕ ਵਾਰ ਇਹਨਾਂ ਦੀ ਕੁਇਕ ਰਿਵੀਜ਼ਨ ਲੈ ਲੈਂਦੇ ਆ ਦੇਖਦੇ ਆ ਕਿ ਕਿਹੜੇ ਕਿਹੜੇ ਵਰਡ ਆਪਾਂ ਡਿਸਕਸ ਕੀਤੇ ਆ ਫਿਕਸਡ ਪ੍ਰੈਪੋਜੀਸ਼ਨ ਦੇ ਵਿੱਚ ਜਾਂ ਫਿਰ ਆਪਣੀ ਅਪਰੇਜ਼ਲ ਵਰਬ ਦੇ ਟੌਪਿਕ ਦੇ ਵਿੱਚ। ਦੇਖੋ ਜੀ ਤਾਂ ਸਭ ਤੋਂ ਪਹਿਲੇ ਦੇਖੀਏ ਆਪਾਂ ਡਾਈ ਦੇ ਨਾਲ ਰਿਲੇਟਡ ਵਰਡਸ ਆਪਾਂ ਦੇਖਿਆ ਡਾਈ ਅਵੇ। ਡਾਈ ਅਵੇ ਡਾਈ ਅਵੇ ਦਾ ਮੀਨਿੰਗ ਕੀ ਹੁੰਦਾ ਆਪਣੇ ਕੋਲੇ ਇਹਦਾ ਮਤਲਬ ਹੁੰਦਾ ਤੁਹਾਡੇ ਕੋਲੇ ਕਿਸੇ ਚੀਜ਼ ਦਾ ਗ੍ਰੈਜੂਅਲੀ ਹੌਲੀ ਹੌਲੀ ਕਰਕੇ ਡਿਕਰੀਜ਼ ਹੋਣਾ ਟੂ ਡਿਮਿਨਿਸ਼ ਗ੍ਰੈਜੂਅਲੀ। ਨੈਕਸਟ ਆਪਾਂ ਜੋ ਦੇਖਿਆ ਸੀ ਜੀ ਡਾਈ ਡਾਊਨ। ਡਾਈ ਡਾਊਨ ਡਾਈ ਡਾਊਨ ਦਾ ਮਤਲਬ ਹੁੰਦਾ ਅਗੇਨ ਕਿਸੇ ਚੀਜ਼ ਦੀ ਇੰਟੈਂਸਿਟੀ ਦੇ ਵਿੱਚ ਕਮੀ ਆਉਣਾ। ਜਿਵੇਂ ਆਪਾਂ ਅੱਗ ਵਾਲੀ ਐਗਜ਼ਾਮਪਲ ਤੁਹਾਨੂੰ ਕਰਵਾਈ ਹੈ ਕਿ ਅੱਗ ਦੇ ਵਿੱਚ ਆ ਜਿਹੜਾ ਕੁਝ ਕੁ ਟਾਈਮ ਤੋਂ ਬਾਅਦ ਹੈ ਜਿਹੜੀ ਉਹ ਕਮੀ ਹੁੰਦੀ ਰਹਿੰਦੀ ਹੈ ਤਾਂ ਉਹ ਹੋ ਗਿਆ ਤੁਹਾਡੇ ਕੋਲੇ ਡਾਈ ਡਾਊਨ। ਨੈਕਸਟ ਆਪਣੇ ਕੋਲੇ ਐਸੇ ਜੀ ਡਾਈ ਫॉर। ਡਾਈ ਫॉर ਦਾ ਮਤਲਬ ਹੁੰਦਾ ਟੂ ਸੈਕਰੀਫਾਈਸ ਫॉर ਸਮਥਿੰਗ ਜਾਂ ਫਿਰ ਤੁਸੀਂ ਸਿੰਪਲ ਕਹਿ ਸਕਦੇ ਹੋ ਕਿਸੇ ਚੀਜ਼ ਦੀ ਡਿਜ਼ਾਇਰ ਹੋਣਾ ਗ੍ਰੇਟਲੀ ਡਿਜ਼ਾਇਰ ਹੋਣਾ ਬਹੁਤ ਜ਼ਿਆਦਾ ਤੀਬਰ ਇੱਛਾ ਹੋਣੀ। ਨੈਕਸਟ ਆਪਣਾ ਸੀ ਡਾਈ ਆਊਟ। ਡਾਈ ਆਊਟ ਦਾ ਮਤਲਬ ਕਿ ਤੁਹਾਡੇ ਕੋਲੇ ਕੋਈ ਚੀਜ਼ ਆਈ ਤੇ ਤੁਹਾਡਾ ਐਕਸਟੈਂਟ ਹੋ ਗਈ ਲੁਪਤ ਹੋ ਗਈ ਤਾਂ ਤੁਸੀਂ ਡਾਈ ਆਊਟ ਦਾ ਯੂਜ਼ ਹੈ ਜਿਹੜਾ ਕਰੋਗੇ ਟੂ ਬਿਕਮ ਐਕਸਟੈਂਟ। ਲਾਸਟ ਜੋ ਆਪਾਂ ਫਰੇਜ਼ ਕੀਤੀ ਸੀ ਦੈਟ ਇਜ਼ ਡਾਈ ਆਫ। ਡਾਈ ਆਫ ਦਾ ਮਤਲਬ ਹੁੰਦਾ ਹੈ ਰਿਡਕਸ਼ਨ ਹੋਣਾ ਜਿਹੜੀ ਕਿ ਤੁਸੀਂ ਨੋਟੇਬਲ ਕਰ ਸਕਦੇ ਹੋ ਸਿਗਨੀਫੀਕੈਂਟ ਤੁਸੀਂ ਕਹਿ ਸਕਦੇ ਹੋ ਸਿਗਨੀਫੀਕੈਂਟ ਰਿਡਕਸ਼ਨ ਇਨ ਪੋਪੂਲੇਸ਼ਨ। ਤਾਂ ਕਿਹੜੀ ਚੀਜ਼ ਦੀ ਰਿਡਕਸ਼ਨ ਹੋਈ ਹੈ ਜੀ ਪੋਪੂਲੇਸ਼ਨ ਦੀ। ਤਾਂ ਇਹ ਸੀ ਆਪਣੇ ਡਾਈ ਨਾਲ ਰਿਲੇਟਡ ਫਰੇਜ਼ਸ ਡਾਈ ਅਵੇ ਡਾਈ ਡਾਊਨ ਡਾਈ ਫॉर ਡਾਈ ਆਊਟ ਐਂਡ ਡਾਈ ਆਫ। ਆਈ ਹੋਪ ਤੁਹਾਨੂੰ ਕਲੀਅਰ ਹੋ ਗਏ ਹੋਣਗੇ। ਹਾਂਜੀ ਤਾਂ ਹੁਣ ਦੇਖੋ ਅੱਜ ਦੀ ਕਲਾਸ ਦਾ ਕੁਐਸਚਨ ਜੋ ਤੁਸੀਂ ਸੋਲਵ ਕਰਨਾ ਹੈ ਕਮੈਂਟ ਬਾਕਸ ਦੇ ਵਿੱਚ ਇਹਦਾ ਆਨਸਰ ਕਰੋਗੇ। The question is the applause in the theater was dying blank as the curtain closed। ਕਹਿੰਦੇ ਜਿਵੇਂ ਹੀ ਪਰਦੇ ਕਹਿ ਲਓ ਬੰਦ ਹੁੰਦੇ ਆ ਤਾਂ ਜਿਹੜਾ ਅਪਲੋਜ਼ ਹੁੰਦਾ ਹੈ ਅਪਲੋਜ਼ ਕਹਿ ਲਓ ਤੁਸੀਂ ਕਿਸੇ ਜਿਹੜੀ ਵੀ ਪਰਫਾਰਮੈਂਸ ਹੋ ਕੇ ਗਈ ਹੈ ਉਹਨੂੰ ਲੈ ਕੇ ਕੋਈ ਪਰਸਨ ਤਾੜੀਆਂ ਮਾਰ ਰਹੇ ਸੀ ਜਾਂ ਲਲਕਾਰੇ ਵਗੈਰਾ ਜਿਵੇਂ ਆਪਣੇ ਪਾਈਦੇ ਹੁੰਦੇ ਆ ਨਾ ਪਰਸਨ ਬੋਲਦੇ ਹੁੰਦੇ ਆ ਉੱਚੀ ਉੱਚੀ ਬੋਲਦੇ ਹੁੰਦੇ ਚੀਕਾਂ ਮਾਰਦੇ ਹੁੰਦੇ ਆ ਤਾਂ ਉਹ ਵਾਲੀ ਚੀਜ਼ ਹੈ ਜਿਹੜੀ ਡਾਇੰਗ ਤੋਂ ਅਦਰਵਾਈਜ਼ ਤੁਸੀਂ ਪੁੱਟ ਕਰਨੀ ਹੈ ਕੋਈ ਫਰੇਜ਼ ਤਾਂ ਤੁਹਾਡੇ ਕੋਲ ਕੀ ਆਏਗਾ ਵਰਡ ਤੁਸੀਂ ਜਿਹੜਾ ਕਮੈਂਟ ਬਾਕਸ ਦੇ ਵਿੱਚ ਦੱਸੋਗੇ। ਕਰਟਨ ਕਲੋਜ਼ ਹੋਣ ਤੋਂ ਬਾਅਦ ਜਿਹੜੀ ਅਪਲੋਜ਼ ਸੀ ਉਹ ਡਾਇੰਗ ਬਲੈਂਕ ਸੀ ਹੈ ਤਾਂ ਤੁਸੀਂ ਦੱਸਣਾ ਹੈ ਕਿ ਕੀ ਵਰਡ ਹੈ ਜਿਹੜਾ ਯੂਜ਼ ਹੋਏਗਾ। ਚਾਰ ਆਪਸ਼ਨਸ ਨੇ ਤੁਹਾਡੇ ਕੋਲ ਇਹ ਤੁਹਾਡਾ ਹੋਮਵਰਕ ਕੁਐਸਚਨ ਹੈ। ਆਨਸਰ ਹੈ ਜਿਹੜਾ ਇਹਦਾ ਤੁਸੀਂ ਦੱਸੋਗੇ ਜੀ ਕਮੈਂਟ ਬਾਕਸ ਦੇ ਵਿੱਚ। ਇਹਦਾ ਆਨਸਰ ਹੈ ਜਿਹੜਾ ਇਸ ਕੁਐਸਚਨ ਦਾ ਆਨਸਰ ਤੁਹਾਨੂੰ ਨੈਕਸਟ ਕਲਾਸ ਦੇ ਵਿੱਚ ਆ ਜਿਹੜਾ ਆਪਾਂ ਰਿਵੀਲ ਕਰਾਂਗੇ ਦੇਖਾਂਗੇ ਕਿੰਨੇ ਕੁ ਜਿਹੜੇ ਸਟੂਡੈਂਟਸ ਨੇ ਇਹਦਾ ਆਨਸਰ ਸਹੀ ਮਾਰਕ ਕਰਦੇ ਆ। ਬਾਕੀ ਹਰ ਇੱਕ ਨੇ ਟਰਾਈ ਜ਼ਰੂਰ ਕਰਨਾ ਹੈ ਕਿ ਇਹਦਾ ਆਨਸਰ ਕੀ ਹੋਏਗਾ। ਹਾਂਜੀ ਤਾਂ ਇਹ ਸੀ ਜੀ ਆਪਣੀ ਅੱਜ ਦੀ ਕਲਾਸ। ਆਈ ਹੋਪ ਤੁਹਾਨੂੰ ਕਲਾਸ ਵਧੀਆ ਲੱਗੀ ਹੋਏਗੀ। ਕਲਾਸ ਵਧੀਆ ਲੱਗੀ ਹੈ ਤਾਂ ਲਾਈਕ ਜ਼ਰੂਰ ਕਰਨਾ ਹੈ ਸ਼ੇਅਰ ਜ਼ਰੂਰ ਕਰਨਾ ਹੈ। ਬਾਕੀ ਜੋ ਪੂਰਾ ਚੈਨਲ ਤੇ ਨਿਊ ਨੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਹੈ ਬਿਕਾਜ਼ ਇੱਥੇ ਤੁਹਾਨੂੰ ਫ੍ਰੀ ਆਫ ਕਾਸਟ ਹੈ ਜਿਹੜਾ ਕੰਟੈਂਟ ਉਹ ਪ੍ਰੋਵਾਈਡ ਕਰਵਾਇਆ ਜਾ ਰਿਹਾ ਤੇ ਤੁਹਾਡੇ ਐਗਜ਼ਾਮਸ ਦੀ ਪ੍ਰੈਪਰੇਸ਼ਨ ਦੇ ਲਈ ਹੈ ਜਿਹੜਾ ਤੁਹਾਨੂੰ ਉਹ ਵੀ ਕਰਵਾਇਆ ਜਾ ਰਿਹਾ ਸਫੀਸ਼ੀਐਂਟ ਹੋਏਗਾ। ਇਹ ਤੁਹਾਨੂੰ ਜਿਹੜੀ ਗਰੰਟੀ ਅਸੀਂ ਦੇ ਰਹੇ ਹਾਂ। ਹਾਂਜੀ ਤਾਂ ਆਪਣਾ ਜਿਹੜਾ ਹੈਗਾ ਸੈਸ਼ਨ ਆਪਾਂ ਕਰਾਂਗੇ ਹੁਣ ਇੱਥੇ ਓਵਰ। ਨੈਕਸਟ ਕਲਾਸ ਦੇ ਵਿੱਚ ਮਿਲਾਂਗੇ ਵਿਦ ਨਿਊ ਵਰਡਸ ਦੇ ਨਾਲ ਨਿਊ ਵੋਕੈਬਲਸ ਜਿਹੜੇ ਹੈਗੇ ਵਰਡਸ ਆਪਾਂ ਲੈ ਕੇ ਆਵਾਂਗੇ ਅਗੇਨ ਸਿਖਾਵਾਂਗੇ ਤੁਹਾਨੂੰ ਟ੍ਰਿਕਸ ਦੇ ਨਾਲ ਨਿਮੋਨਿਕਸ ਦੇ ਨਾਲ। ਹਾਂਜੀ ਤਾਂ ਅੱਜ ਵੀ ਕਰਦੇ ਹਾਂ ਕਲਾਸ ਓਵਰ। ਥੈਂਕ ਯੂ।